ਜ਼ਰੂਰੀ ਨੇ ਡਿਸਕਸ ਕਰਨੀਆਂ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਨਮੁਖ ਰੱਖੀਆਂ ਜਾਣ। ਸੋ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖਦੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਣ ਲਈ ਤੁਸੀਂ ਫੇਸਬੁੱਕ ਤੇ ਵੀ ਜਾ ਸਕਦੇ ਹੋ। ਫੇਸਬੁੱਕ ਦਾ ਤੁਸੀਂ ਲਿੰਕ ਦੇਖਣ ਲਈ ਸਰਚ ਕਰਨਾ ਵਿਜ਼ਨ ਪੰਜਾਬ ਟੀਵੀ ਕੈਨੇਡਾ, ਔਰ ਤੁਸੀਂ ਲਿੰਕ ਉੱਥੇ ਜਿਹੜਾ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ ਉਹ ਵੀ ਤੁਹਾਨੂੰ ਨਜ਼ਰ ਆ ਜਾਏਗਾ। ਔਰ ਇਸ ਤੋਂ ਪਹਿਲਾਂ ਜੋ ਇਸ ਸਟੂਡੀਓ ਤੋਂ ਜਾਂ ਭਾਰਤ ਦੇ ਸਟੂਡੀਓ 'ਚ ਕੋਈ ਪ੍ਰੋਗਰਾਮ ਪੇਸ਼ ਕੀਤੇ ਨੇ, ਉਹ ਵੀ ਲਿੰਕ ਸਾਰੇ ਮੌਜੂਦ ਨੇ, ਉੱਥੇ ਤੁਸੀਂ ਦੇਖ ਸਕਦੇ ਹੋ। ਔਰ ਜਿਹੜਾ ਅੱਜ ਵਿਸ਼ਾ ਬੜਾ ਅਹਿਮ ਹੈ ਔਰ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ, ਸੁਣਨਾ ਵੀ, ਉਹਦੇ ਬਾਰੇ ਡਿਸਕਸ ਕਰਨਾ ਵੀ। ਜੇ ਕੋਈ ਤੁਹਾਡਾ ਸਵਾਲ, ਸੁਝਾਅ ਜਾਂ ਕੋਈ ਜਾਣਕਾਰੀ ਤੁਹਾਡੇ ਕੋਲ ਹੋਈ ਤਾਂ 905 790 9099 ਤੇ ਤੁਸੀਂ ਕਾਲ ਕਰ ਸਕਦੇ ਆ। ਸੋ ਅੱਜ ਦਾ ਜੋ ਵਿਸ਼ਾ ਹੈ ਮੈਂ ਉਹਦੇ ਬਾਰੇ ਵੀ ਥੋੜਾ ਜਿਹਾ ਤੁਹਾਡੇ ਨਾਲ ਚਾਨਣਾ ਪਾ ਦੇਵਾਂ ਕਿ ਪਿਛਲੇ ਕੁਝ ਟਾਈਮ ਤੋਂ ਅਸੀਂ ਕੈਨੇਡਾ ਦੇ ਵਿੱਚ ਦੇਖ ਰਹੇ ਹਾਂ ਕਿ ਬਹੁਤ ਸਾਰੇ ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ, ਖਾਸ ਕਰਕੇ ਮੈਂ ਇਸ ਪ੍ਰੋਗਰਾਮ ਦੇ ਵਿਸ਼ੇ ਦਾ ਜੋ ਧਰਾਤਲ ਹੈ ਉਹ ਪੰਜਾਬ ਨੂੰ ਲੈ ਕੇ ਚੱਲਾਂ ਤਾਂ ਠੀਕ ਰਹੇਗਾ, ਕਿਉਂਕਿ ਸਾਡੇ ਸਟੂਡੈਂਟਸ ਜਿਹੜੇ ਬੱਚੇ ਇੱਥੇ ਪਹੁੰਚਦੇ ਨੇ ਉਹ ਕੁਝ ਇਸ ਤਰ੍ਹਾਂ ਜੇ ਸਟੈਟਸ ਨਜ਼ਰ ਆ ਰਹੇ ਆ, ਸਰਵੇ ਨਜ਼ਰ ਆ ਰਹੇ ਆ ਕਿ ਖੁਦਕੁਸ਼ੀਆਂ ਦਾ ਰਾਹ ਜਿਹੜਾ ਉਹਨਾਂ ਨੇ ਅਪਣਾ ਲਿਆ। ਕਿਉਂ ਖੁਦਕੁਸ਼ੀਆਂ ਕਰ ਰਹੇ ਨੇ? ਜੇ ਆਪਾਂ ਪੰਜਾਬ ਦੇ ਵਿੱਚ ਪਹਿਲਾਂ ਦੀ ਗੱਲ ਕਰੀਏ, ਕਿਸਾਨ ਕਿਉਂ ਖੁਦਕੁਸ਼ੀਆਂ ਕਰਦਾ ਸੀ? ਕਿਉਂਕਿ ਕਰਜ਼ੇ ਦਾ ਬੋਝ ਸੀ ਜਾਂ ਹੋਰ ਬਹੁਤ ਸਾਰਿਆਂ ਦੇ ਕਾਰਨ ਸੀ, ਪਰ ਸਭ ਤੋਂ ਜਿਹੜਾ ਮੁੱਢਲਾ ਕਾਰਨ ਉਹ ਕਰਜ਼ਾ ਹੁੰਦਾ ਸੀ। ਸੋ ਇਸ ਕਰਕੇ ਜਿਹੜੇ ਸਾਡੇ ਕਿਸਾਨ ਆ ਉਹ ਖੁਦਕੁਸ਼ੀ ਕਰਦੇ ਸੀ। ਪਰ ਸਟੂਡੈਂਟ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆ ਰਹੇ ਆ, ਔਰ ਉਸ ਤੋਂ ਬਾਅਦ ਜੇ ਮੈਂ ਇੱਥੋਂ ਦੇ ਲੋਕਲ ਜਿਹੜੇ ਨੌਜਵਾਨ ਪੀੜ੍ਹੀ ਹੈ, ਯੰਗ ਜਨਰੇਸ਼ਨ ਹੈ, ਉਹ ਵੀ ਖੁਦਕੁਸ਼ੀ ਜਾਂ ਉਹਦੇ ਬਾਰੇ ਸੋਚਣ ਲਈ ਕਿਉਂ ਮਜਬੂਰ ਹੁੰਦੇ ਨੇ, ਉਹਦੇ ਬਾਰੇ ਅੱਜ ਦਾ ਸਾਰਾ ਵਿਸ਼ਾ ਰਹੇਗਾ। ਸੋ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਗੌਰਵ ਮਹਿਤਾ ਪਹੁੰਚੇ ਨੇ, ਜੋ ਕਿ ਸਾਈਕੈਟ੍ਰਿਸਟ ਨੇ, ਜਿਨ੍ਹਾਂ ਨੂੰ ਆਪਾਂ ਮਨੋਰੋਗਾਂ ਦੇ ਮਾਹਰ ਵੀ ਕਹਿੰਦੇ ਆ। ਸੋ ਉਹ ਦੱਸਣਗੇ ਸਾਨੂੰ ਕਿ ਕੀ ਕਾਰਨ ਹੁੰਦੇ ਨੇ, ਔਰ ਦੂਜੀ ਗੱਲ ਇਹ ਹੈ ਕਿ ਜੇ ਕਾਰਨ ਸਾਨੂੰ ਨਜ਼ਰ ਆ ਜਾਂਦਾ ਜਾਂ ਕਾਰਨ ਨੂੰ ਕਿਵੇਂ ਪਛਾਣੀਏ। ਸਾਡੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ, ਸਾਡੇ ਸਮਾਜ ਦੇ ਵਿੱਚ ਰਹਿੰਦੇ ਹੋਏ ਅਸੀਂ ਕਿਸ ਵਿਦਿਆਰਥੀ ਨੂੰ, ਕਿਸ ਪਰਸਨ ਨੂੰ ਕਿਵੇਂ ਪਛਾਣੀਏ ਕਿ ਇਹ ਬੰਦਾ ਇਸ ਰੋਗ ਨਾਲ ਗ੍ਰਸਤ ਹੈ, ਤਾਂ ਉਹਨੂੰ ਕਿਵੇਂ ਬਚਾ ਸਕਦੇ ਹਾਂ। ਸਾਡੀ ਵੀ ਡਿਊਟੀ ਹੁੰਦੀ ਹੈ ਉਸ ਪ੍ਰਤੀ ਕਿ ਅਸੀਂ ਉਹਨੂੰ ਬਚਾ ਲਈਏ। ਔਰ ਦੂਜੀ ਗੱਲ, ਜੇ ਸਾਨੂੰ ਕਾਰਨ ਪਤਾ ਲੱਗ ਗਿਆ ਤਾਂ ਉਹਨੂੰ ਸਮਾਧਾਨ ਵੀ ਚਾਹੀਦਾ ਹੈ, ਕਿਵੇਂ ਉਹਦੀ ਟੇਕ ਕੇਅਰ ਕੀਤੀ ਜਾ ਸਕਦੀ ਹੈ। ਜੇ ਉਹਦੇ ਮਨ ਦੇ ਵਿੱਚ ਸੁਸਾਈਡ ਕਰਨ ਦੇ ਕੁਝ ਲੱਛਣ ਆ ਰਹੇ ਆ ਕਿ ਵੀ ਉਹ ਕਰ ਸਕਦਾ ਜਾਂ ਉਹਦੇ ਬਾਰੇ ਸੋਚ ਰਿਹਾ, ਤਾਂ ਉਹਨੂੰ ਉਸ ਚੀਜ਼ ਤੋਂ ਕਿਵੇਂ ਵਰਜਿਆ ਜਾ ਸਕਦਾ ਹੈ, ਕਿਵੇਂ ਉਸ ਚੀਜ਼ ਤੋਂ ਬਾਹਰ ਕੱਢਿਆ ਜਾ ਸਕਦਾ। ਅੱਜ ਇਹੀ ਸਾਰੇ ਦਾ ਸਾਰਾ ਵਿਸ਼ਾ ਇਸ ਪ੍ਰੋਗਰਾਮ ਦੇ ਵਿੱਚ ਰਹੇਗਾ। 905 790 9099 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਆ। ਆਪਣੇ ਤੁਹਾਡੇ ਬਹੁਤ ਸਾਰੇ ਬੱਚੇ ਇੰਟਰਨੈਸ਼ਨਲ ਸਟੂਡੈਂਟਸ ਤੁਹਾਡੇ ਵੀ ਘਰਾਂ ਦੇ ਵਿੱਚ ਨੇ, ਔਰ ਇਹ ਲਿੰਕ ਹੈ ਜਿਹੜਾ ਪ੍ਰੋਗਰਾਮ ਤੋਂ ਬਾਅਦ ਵੀ ਬਹੁਤ ਜਗ੍ਹਾ ਤੇ ਵਾਇਰਲ ਹੋਣਾ, ਔਰ ਲਾਈਵ ਪ੍ਰੋਗਰਾਮ ਫੇਸਬੁੱਕ ਦੇ ਜ਼ਰੀਏ ਵੀ ਚੱਲ ਰਿਹਾ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ। ਔਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਨਾਲ ਦੀ ਨਾਲ ਫਿਰ ਇੱਕ ਵਾਰ ਮੈਂ ਅਨਾਉਂਸ ਕਰ ਦੇਵਾਂ ਕਿ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ ਵੀ ਲਾਈਵ ਦੇਖ ਰਹੇ ਹੋ। ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਚੱਲਦੇ ਦੌਰਾਨ ਸਕਰੀਨ ਦੇ ਹੇਠਾਂ ਕਰਕੇ ਇਹ ਨੰਬਰ ਇੱਕ ਵਾਇਰਲ ਹੋ ਰਿਹਾ, ਜਿਹਨੂੰ ਮੈਂ 905 790 9099 ਅਨਾਉਂਸ ਕਰ ਰਿਹਾ, ਉਹ ਤੁਸੀਂ ਉਹਦੇ ਉੱਪਰ ਕਾਲ ਕਰਨੀ ਹੈ। ਸੋ ਡਾਕਟਰ ਮਹਿਤਾ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸੋ ਡਾਕਟਰ ਸਾਹਿਬ, ਤੁਸੀਂ ਸਾਈਕੈਟ੍ਰਿਸਟ ਹੋ, ਮਨੋਰੋਗਾਂ ਦੇ ਬਹੁਤ ਲੰਮੇ ਸਮੇਂ ਤੋਂ ਮਾਹਿਰ ਹੋਣ ਦੇ ਨਾਲ ਨਾਲ ਕੰਮ ਵੀ ਕਰ ਰਹੇ ਹੋ, ਔਰ ਤੁਸੀਂ ਵੀ ਸੁਸਾਇਟੀ ਦੇ ਵਿੱਚ ਦੇਖ ਰਹੇ ਹੋ ਕਿ ਵੀ ਜਿਹੜੀਆਂ ਇਹ ਚੀਜ਼ਾਂ ਜੋ ਸਾਡੇ, ਕਿਉਂਕਿ ਸਭ ਤੋਂ ਕਹਿੰਦੇ ਹੁੰਦੇ ਨਾ ਵੀ ਮਨ ਜੀਤੇ ਜਗ ਜੀਤ, ਜਾਂ ਕਹਿ ਲਓ ਕਿ ਮਨ ਚੰਗਾ ਕਠੌਤੀ ਮੇਂ ਗੰਗਾ। ਸੋ ਸਾਰੀ ਖੇਡ ਹੈ ਜਿਹੜੀ, ਚਾਹੇ ਗੁਰਬਾਣੀ ਲੈ ਲਓ, ਚਾਹੇ ਧਾਰਮਿਕ, ਚਾਹੇ ਸਪਿਰਿਚੁਅਲ, ਕੋਈ ਵੀ ਸਟੱਡੀ ਚੱਕ ਲਓ ਤੁਸੀਂ, ਸਾਰੀ ਮਨ ਦੀ ਖੇਡ ਹੈ, ਸਾਡੇ ਦਿਮਾਗ ਦੀ, ਮਨ ਦੀ ਖੇਡ। ਸੋ ਤੁਸੀਂ ਉਸ ਮਨੋਰੋਗਾਂ ਦੇ ਜਾਂ ਮਨ ਦੇ ਮਾਹਿਰ ਹੋ। ਮੈਂ ਤੁਹਾਡੇ ਤੋਂ ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਤੁਹਾਡੇ ਤਜਰਬੇ ਜਾਣਨਾ ਚਾਹਣਾ ਕਿ ਤੁਸੀਂ ਇਸ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਤਜਰਬਾ ਕਰ ਰਹੇ ਹੋ, ਪ੍ਰੈਕਟਿਸ ਕਰ ਰਹੇ ਹੋ। ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਕਿ ਯੰਗ ਜਨਰੇਸ਼ਨ ਹੈ ਜਿਹੜੀ ਅੱਜ ਦੀ ਯੰਗ ਜਨਰੇਸ਼ਨ ਹੈ, ਪਹਿਲਾਂ ਆਪਾਂ ਨਸ਼ਿਆਂ ਦੇ ਬਾਰੇ ਗੱਲਾਂ ਕਰਿਆ ਕਰਦੇ ਸੀ, ਸਾਡੇ ਬੱਚੇ ਜਿਹੜੇ ਨਸ਼ਿਆਂ ਵੱਲ ਨੂੰ ਜਾ ਰਹੇ ਆ, ਤਾਂ ਹੁਣ ਤਾਂ ਜਿਹੜੀ ਬਿਲਕੁਲ ਹੀ ਬਹੁਤ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਕਿ ਸੁਸਾਈਡ ਕਰਨ ਵੱਲ ਜਾ ਰਹੇ ਆ। ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ, ਅਗਰ ਹਰ ਰੋਜ਼ ਦੇ ਜੇ ਆਪਾਂ ਤੁਹਾਡੇ ਸਟੈਟਸ ਦੇਖਣੇ ਹੋਣ ਤਾਂ? ਬਿਲਕੁਲ ਜੀ, ਤੁਸੀਂ ਚੰਗਾ ਕਿਹਾ ਮਨ ਦੇ ਬਾਰੇ। ਮੈਂ ਇੱਕ ਐਡ ਕਰਾਂਗਾ ਕਿ ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ, ਇਹ ਵੀ ਕਹਿੰਦੇ ਸੀ ਨਾ। ਤੇ ਦੇਖੋ, ਤਜਰਬਾ ਤਾਂ ਚੰਗਾ ਨਹੀਂ ਹੁੰਦਾ ਜੇ ਕੋਈ ਯੰਗ ਡੈਥ ਹੁੰਦੀ ਹੈ ਸੁਸਾਈਡ ਕਰਕੇ, ਖਾਸ ਕਰ, ਤੇ ਬਹੁਤ ਹੀ ਬੜੀ ਭੈੜੀ ਜਿਹੀ ਫੀਲਿੰਗ ਆਉਂਦੀ ਹੈ, ਬਿਕੋਜ਼ ਕੋਈ ਯੰਗ ਬੱਚਾ ਕੋਈ ਜਾਂਦਾ ਸਾਡੇ ਘਰੋਂ ਤੇ ਚੰਗਾ ਤਾਂ ਨਹੀਂ ਲੱਗਦਾ। ਬਟ ਜ਼ਰੂਰੀ ਹੈ ਗੱਲ ਕਰਨੀ ਅੱਜ
ਤੇ ਚੰਗਾ ਕੀਤਾ ਤੁਸੀਂ ਅਜੇ ਟੌਪਿਕ ਚੱਕਿਆ ਜੇ ਤੇ ਅਸੀਂ ਗੱਲ ਕਰਾਂਗੇ ਉਹਦੇ ਤੇ ਸੁਸਾਈਡ ਦੇਖੋ ਸੁਸਾਈਡ ਕੋਈ ਕਿਉਂ ਕਰਦਾ ਹੈ ਸੁਸਾਈਡ ਬੰਦਾ ਤਾਂ ਕਰਦਾ ਹੈ ਜਦੋਂ ਲੱਗਦਾ ਹੈ ਜ਼ਿੰਦਗੀ ਤੋਂ ਮਜਬੂਰ ਹੈਗਾ ਬੰਦਾ ਉਹਨੂੰ ਲੱਗਦਾ ਹੈ ਕਿ ਮੈਨੂੰ ਜੀਣ ਦੇ ਵਾਸਤੇ ਕੀ ਹੈਗਾ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਵਾਟ ਇਜ਼ ਦ ਰੀਜ਼ਨ ਟੂ ਲਿਵ ਠੀਕ ਹੈ ਨਾ ਠੀਕ ਹੈ ਜੇ ਬੰਦਾ ਸੁਸਾਈਡ ਦੇ ਕਗਾਰ ਤੇ ਖੜਾ ਹੋਇਆ ਹੈ ਉਹਨੂੰ ਲੱਗਦਾ ਹੈ ਕਿ ਠੀਕ ਹੈ ਮੇਰੇ ਕੋਈ ਜੀਣ ਦੇ ਕੀ ਰੀਜ਼ਨ ਹੋ ਗਏ ਨਾ ਮੈਨੂੰ ਫੈਮਿਲੀ ਦਾ ਕੋਈ ਸਪੋਰਟ ਹੈਗਾ ਨਾ ਮੈਨੂੰ ਕੋਈ ਹੋਰ ਕੋਈ ਮੈਨੂੰ ਆਪਣਾ ਫਿਊਚਰ ਨਹੀਂ ਦਿਖ ਰਿਹਾ ਜਾਂ ਦਿਸ ਨਹੀਂ ਰਿਹਾ ਮੈਨੂੰ ਕੁਝ ਵੀ ਅੱਗੇ ਕੀ ਹੋਏਗਾ ਮੇਰੇ ਕੋਲ ਕਾਲ ਆ ਰਹੀ ਮੇਰੇ ਕੋਲ ਤੁਹਾਡੀ ਨਹੀਂ ਕੋਈ ਨਹੀਂ ਉਹ ਕੱਟਿਆ ਗਿਆ ਦੁਬਾਰਾ ਫਿਰ ਲੈ ਲੈਣਾ ਜੇ ਅਗਰ ਜੋ ਵੀ ਕੋਈ ਕਾਲ ਕਰ ਰਹੇ ਨੇ ਅਗਰ ਤੁਹਾਡੀ ਕਾਲ ਮਿਸ ਹੋ ਗਈ ਹੈ ਜਾਂ ਪ੍ਰੋਬਲਮ ਆ ਰਹੀ ਹੈ ਕੋਈ ਨੈਟਵਰਕ ਦੀ ਤਾਂ ਤੁਸੀਂ ਦੁਬਾਰਾ ਵੀ ਟਰਾਈ ਕਰ ਸਕਦੇ ਹੋ 905-790-9099 ਸਟੂਡੀਓ ਦੇ ਨੰਬਰ ਨੇ ਜੀ ਹਾਂਜੀ ਤੇ ਜਦੋਂ ਉਸ ਮੁਕਾਮ ਤੇ ਬੰਦਾ ਪਹੁੰਚ ਜਾਂਦਾ ਹੈ ਨਾ ਜੇ ਉਹਨੂੰ ਨਹੀਂ ਸੀ ਦਿਸਦਾ ਕਿ ਬਈ ਜੀਣ ਵਾਸਤੇ ਕੋਈ ਹੈ ਹੀ ਨਹੀਂ ਫਿਰ ਬੰਦਾ ਸੁਸਾਈਡ ਕਰਦਾ ਜੀ ਠੀਕ ਹੈ ਨਾ ਠੀਕ ਹੈ ਤੇ ਇਹ ਬੜੀ ਹੀ ਜਿਹਨੂੰ ਕਹਿੰਦੇ ਕਿ ਬੜੀ ਵਿਚਿੱਤਰ ਜਿਹੀ ਮਨ ਦੀ ਸਥਿਤੀ ਹੁੰਦੀ ਹੈ ਬੜਾ ਨਾਜ਼ੁਕ ਜਿਹਾ ਮਾਮਲਾ ਹੈ ਤੇ ਅਸੀਂ ਗੱਲ ਕਰਦੇ ਉਹਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਕਿ ਦੇਖੋ ਅਪ ਟੂ 4000 ਸੁਸਾਈਡ ਹੁੰਦੀਆਂ ਨੇ ਇੱਕ ਸਾਲ ਦੇ ਵਿੱਚ ਠੀਕ ਹੈ ਨਾ ਇੱਕ ਸਾਲ ਦੇ ਵਿੱਚ 4000 ਤੇ ਇੱਕ ਦਿਨ ਵਿੱਚ ਅਪ ਟੂ 11 ਇੱਕ ਕੈਨੇਡਾ ਦੇ ਜਿਹੜੇ ਆਪਾਂ ਕੈਨੇਡਾ ਦੀ ਗੱਲ ਕਰੀਏ ਇਥੋਂ ਦੇ ਸਟੈਟਸ ਆ ਜਿਹੜੇ ਕੈਨੇਡਾ ਦੇ 2016 ਦੇ ਸਟੈਟਿਸਟਿਕਸ ਨੇ ਗਵਰਨਮੈਂਟ ਦੀ ਵੈਬਸਾਈਟ ਤੇ ਉਪਲਬਧ ਨੇ ਠੀਕ ਹੈ ਨਾ ਤੇ 11 ਸੁਸਾਈਡ ਹੋ ਰਹੇ ਨੇ ਤੇ ਇਹਦੇ ਚੋਂ ਇੱਕ ਚੋਂ 3 ਸੁਸਾਈਡ ਯਾਨੀ 1 ਆਊਟ ਆਫ 3 ਸੁਸਾਈਡ ਜਿਹੜਾ ਹੋ ਰਿਹਾ ਹੈ ਉਹ ਏਜ ਹੋ ਰਿਹਾ 45 to 69 ਜਿਹੜਾ ਮਿਡਲ ਏਜ ਜੀ ਇਹ ਬੜਾ ਅਚਰਜ ਦਾ ਮਾਮਲਾ ਹੈ ਬਿਕੋਜ਼ ਜਦੋਂ ਮੈਂ ਪੜ੍ਹਦਾ ਸੀਗਾ ਸਾਈਕੈਟਰੀ ਮੈਂ ਸ਼ੁਰੂ ਕੀਤਾ ਸੀਗਾ ਆਪਣਾ ਕੈਰੀਅਰ 2002 ਵਿੱਚ ਜੀ ਤੇ ਮੈਨੂੰ ਇਹ ਸਿਖਾਇਆ ਗਿਆ ਸੀਗਾ ਕਿ ਇਹ ਬਜ਼ੁਰਗਾਂ 'ਚ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਸਿਰਫ ਯੰਗ ਲੋਕਾਂ 'ਚ ਹੁੰਦਾ ਹੈ ਹੁਣ ਮਿਡਲ ਏਜ ਵੀ ਬਹੁਤ ਵੱਧ ਗਈ ਹੈ ਬਿਲਕੁਲ ਠੀਕ ਹੈ ਯੰਗ ਤੇ ਹੈਗਾ ਹੀ ਜਿਹਦੇ ਅੱਜ ਗੱਲ ਕਰਾਂਗੇ ਆਪਣੇ ਐਲਡਰਲੀ ਵਿੱਚ ਵੀ ਹੈਗਾ ਬਟ ਮਿਡਲ ਏਜ ਦੇ ਵੀ ਹੈਗਾ ਅੱਛਾ ਇੰਟਰਸਟਿੰਗ ਜਿਹਾ ਫੈਕਟਰ ਹੈਗਾ ਕਿ ਅਪ ਟੂ ਜਿਹੜਾ 10 ਸਾਲ ਤੱਕ ਹੁੰਦਾ ਹੈ ਜਾਂ 14 ਸਾਲ ਤੱਕ ਹੁੰਦਾ ਹੈ ਇਹ ਤੀਵੀਆਂ 'ਚ ਜਾਂ ਬੰਦਿਆਂ 'ਚ ਮਰਦਾਂ 'ਚ ਬਰਾਬਰ ਜਿਹਾ ਹੁੰਦਾ ਹੈ ਲੇਕਿਨ ਉਹਦੇ ਬਾਅਦ 19 ਸਾਲ ਤੋਂ ਬਾਅਦ ਜੀ ਮਰਦਾਂ 'ਚ 3 ਗੁਣਾ ਜ਼ਿਆਦਾ ਹੁੰਦਾ ਹੈ 19 ਸਾਲ ਤੋਂ ਬਾਅਦ 19 ਸਾਲ ਤੋਂ ਬਾਅਦ ਔਰ ਦੇਖੋ 19 ਸਾਲ ਦੀ ਜਿਹੜੀ ਉਮਰ ਹੈ ਜੇ ਆਪਾਂ ਹੁਣ ਇੱਥੋਂ ਦੇ ਸਟੂਡੈਂਟਸ ਦੀ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਹੈ ਜਿਨ੍ਹਾਂ ਦਾ ਪੰਜਾਬ ਦੇ ਨਾਲ ਜੜ੍ਹਾਂ ਜੁੜੀਆਂ ਜਾਂ ਪੰਜਾਬ ਦੇ ਨਾਲ ਸੰਬੰਧਿਤ ਹੈ ਜੀ ਉਹ 18 ਤੋਂ 19 ਦੇ ਵਿੱਚ ਜਿਹੜੀ ਉਹਨਾਂ ਦੀ ਏਜ ਹੁੰਦੀ ਆ ਉਹ ਇੱਥੇ ਆਉਂਦੇ ਆ ਜੀ ਔਰ ਪਿਛਲੇ ਕੁਝ ਟਾਈਮ ਤੋਂ ਆਪਾਂ ਦੇਖ ਰਹੇ ਹਾਂ ਕਿ ਵੀ ਉਹਨਾਂ ਦੀ ਜਿਹੜੀ ਗਿਣਤੀ ਨਾ ਸਟੂਡੈਂਟਸ ਦੀ ਉਹ ਸੁਸਾਈਡ 'ਚ ਵੱਧ ਰਹੀ ਹੈ ਬਿਲਕੁਲ ਵੱਧ ਰਹੀ ਹੈ ਜੇ ਗੱਲ ਕਰੀਏ ਉਹ ਸੁਸਾਈਡ ਲਈ ਸੋਚਦੇ ਵੀ ਹੈ ਜਾਂ ਕੁਝ ਇਹ ਵੀ ਸਾਹਮਣੇ ਆਇਆ ਕਿ ਵੀ ਜਦੋਂ ਕੋਈ ਨਾ ਕੋਈ ਮੁਸੀਬਤ ਪੈਂਦੀ ਹੈ ਔਰ ਇਹਨਾਂ ਨੂੰ ਜਿਹੜੇ ਵਿਦਿਆਰਥੀਆਂ ਨੂੰ ਇਹ ਗੱਲਾਂ ਕਰਦੇ ਸੁਣਿਆ ਜਾਂਦਾ ਆਮ ਹੀ ਵੀ ਆਪਾਂ ਤਾਂ ਯਾਰ ਜਿਉਣਾ ਨਹੀਂ ਆਪਾਂ ਤਾਂ ਮਰ ਜਾਣਾ ਅਬ ਮੇਰੀਆਂ ਤਾਂ ਟੈਨਸ਼ਨਾਂ ਨਹੀਂ ਮੁੱਕਦੀਆਂ ਤੇ ਮੈਂ ਟੈਨਸ਼ਨਾਂ ਖਤਮ ਕਰ ਲਈ ਮੇਰੇ ਲਈ ਆਹੀ ਇੱਕੋ ਹੀ ਇੱਕ ਰਸਤਾ ਬਚਿਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਬਚਿਆ ਲੇਕਿਨ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਉਹ ਉਮਰ ਹੁੰਦੀ ਹੈ ਤੁਸੀਂ ਵੀ ਦੇਖੋ ਕਾਲਜਸ ਜਾਂ ਯੂਨੀਵਰਸਿਟੀਜ਼ ਦੇ ਵਿੱਚ ਗਏ ਹੋ ਤੁਹਾਡੀ ਏਜ ਹੁੰਦੀ ਹੈ ਕਿ ਉਸ ਚੀਜ਼ ਨੂੰ ਆਪਾਂ ਜਿਉਣੇ ਆ ਇੰਜੋਏ ਕਰਦੇ ਆ ਜਿਹੜੀ ਆਪਾਂ ਉਮਰ ਦੀ ਗੱਲ ਕਰ ਰਹੇ ਹਾਂ ਨਾ 16 ਤੋਂ ਲੈ ਕੇ 25 ਤੱਕ ਦੀ ਉਮਰ ਹੈ ਜਿਹੜੀ ਬੜੀ ਉਹ ਇੰਜੋਏਬਲ ਹੁੰਦੀ ਹੈ ਕਰੈਕਟ ਔਰ ਅੱਜ ਦੀ ਡੇਟ 'ਚ ਸਾਡਾ ਸਟੂਡੈਂਟਸ ਹੈ ਜਿਹੜਾ ਜਦ ਵਿਦਿਆਰਥੀ ਤਬਕਾ ਹੈ ਉਹ ਇਹ ਸੋਚ ਰਿਹਾ ਕਿ ਵੀ ਮੈਂ ਤਾਂ ਸੁਸਾਈਡ ਕਰ ਲੈਣਾ ਖੁਦਕੁਸ਼ੀ ਕਰ ਲੈਣੀ ਹੈ ਵੀ ਮੇਰੇ ਕੋਲ ਇਹ ਤੋਂ ਵੱਧ ਹੋਰ ਕੋਈ ਚਾਰਾ ਨਹੀਂ ਹੈ ਦੇਖੋ ਬੜੀ ਭਿਆਨਕ ਸਥਿਤੀ ਹੈ ਕਿਸੇ ਦਾ ਇਹ ਚੀਜ਼ ਬਾਰੇ ਸੋਚ ਵੀ ਲੈਣਾ ਜੇ ਦੇਖੋ ਮੈਂ ਇੱਕ ਵਾਰੀ ਸਾਨੂੰ ਪ੍ਰਮਾਤਮਾ ਨੇ ਜ਼ਿੰਦਗੀ ਮਿਲੀ ਹੈ ਇੱਕ ਵਾਰੀ ਜ਼ਿੰਦਗੀ ਸਾਨੂੰ ਪ੍ਰਮਾਤਮਾ ਨੇ ਦਿੱਤੀ ਹੈ ਇਹਨੂੰ ਕਿਵੇਂ ਤੁਸੀਂ ਜਿਉਣਾ ਹੱਸ ਕੇ ਗੁਜ਼ਾਰੋ ਚਾਹੇ ਰੋ ਕੇ ਗੁਜ਼ਾਰੋ ਇਹ ਸਫ਼ਰ ਜ਼ਿੰਦਗੀ ਦਾ ਬਤਾਉਣਾ ਪਊਗਾ ਹਨਾ ਸੋ ਕਹਿਣ ਦਾ ਭਾਵ ਇਹ ਹੈ ਵੀ ਸਾਡੇ ਬੱਚਿਆਂ 'ਚ ਇਹ ਗੱਲਾਂ ਆਉਣੀਆਂ ਜਿਹੜੀਆਂ ਉਹ ਖਤਰੇ ਦੀ ਘੰਟੀ ਜਿਹੜੀ ਹੈ ਉਹ ਇਦੋਂ ਵੱਧ ਨਹੀਂ ਹੈ ਉਹ ਵੱਜ ਚੁੱਕੀ ਹੈ ਸੋ ਸਵਾਲ ਹੁਣ ਇਹ ਹੈ ਡਾਕਟਰ ਸਾਹਿਬ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਰੈਂਪਟਨ ਦੇ ਵਿੱਚ ਇੱਕ ਨੌਜਵਾਨ ਨੇ 19-20 ਸਾਲ ਦੀ ਉਹਦੀ ਉਮਰ ਹੈ 19-20 ਸਾਲ ਦੇ ਨੌਜਵਾਨ ਨੇ ਆਪਣੇ ਘਰ ਦੇ ਬਾਹਰ ਜਿਹੜੇ ਆਪਣੇ ਪੋਰਚ ਬਣਿਆ ਹੁੰਦਾ ਉਹਦੇ ਬਾਹਰ ਇੱਕ ਕਿਸੇ ਰੱਸੀ ਜਾਂ ਕਿਸੇ ਚੀਜ਼ ਦਾ ਸਹਾਰਾ ਲੈ ਕੇ ਆਪਦੇ ਆਪ ਨੂੰ ਫਾਹੇ ਲਾ ਲਿਆ
ਖੁਦਕੁਸ਼ੀ ਕਰ ਲਈ, ਸੁਸਾਈਡ ਕਰ ਲਿਆ। ਹੁਣ ਉਸ ਤੋਂ ਬਾਅਦ ਪੂਰੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਰਹੀ ਹੈ, ਪਤਾ ਨਹੀਂ ਲੱਗ ਰਿਹਾ, ਪਰ ਲੇਕਿਨ ਸਾਹਮਣੇ ਇੱਕ ਗੱਲ ਇਹ ਆ ਰਹੀ ਹੈ ਕਿ ਵੀ ਉਹਦੇ ਅੰਦਰ ਜਿਹੜਾ ਮੈਂਟਲੀ ਸਟ੍ਰੈਸ ਸੀ ਜਾਂ ਮੈਂਟਲ ਇਸ਼ੂ ਸੀ, ਤਾਂ ਉਹ ਮੈਂਟਲ ਇਸ਼ੂ ਕਦੋਂ ਤੋਂ ਬਣਿਆ, ਕਿਵੇਂ ਚੱਲਿਆ, ਕੀ ਚੱਲ ਰਿਹਾ ਸੀ, ਜਾਂ 20 ਸਾਲ ਦੀ ਉਮਰ ਦੇ ਤੱਕ ਵੀ ਜੇ ਆਪਾਂ ਕਹੀਏ ਵੀ ਉਦੋਂ ਪਹਿਲਾਂ ਵੀ ਤਾਂ ਹੋ ਸਕਦਾ ਸੀ, ਐਸੇ ਚਾਹ ਕੇ ਕਿਉਂ ਉਹਨੇ ਆਪਣੇ ਆਪ ਨੂੰ ਕੀਤਾ? ਇਹ ਬਹੁਤ ਸਾਰੀਆਂ ਸਮੱਸਿਆਵਾਂ ਨੇ। ਸਿਰਫ ਇੱਕ ਕੇਸ ਨੂੰ ਆਪਾਂ ਅੱਜ ਡਿਸਕਸ ਕਰ ਰਹੇ ਹਾਂ, ਉਹਦੇ ਮੁਤਾਬਕ ਆਪਾਂ ਹੋਰ ਚੀਜ਼ਾਂ ਕਰਾਂਗੇ। ਬਿਲਕੁਲ। ਕਿਉਂ ਸੋਚਦੇ ਆ ਵਿਦਿਆਰਥੀ ਇਸ ਤਰ੍ਹਾਂ? देखो चंगा सवाल है। हर केस की अपनी बारीकियां अड होंदियां ने। मेरे कॉल आ रही तो ले लेना मेरे कोई नहीं। चलो, हर एक केस की बारीकियां ना अड होंदियां ने। और मैनू नहीं पता उस बंदे दी की हिस्ट्री सीगी, उन्हें पहले कीता सीगा नहीं कीता सीगा। पहले आपां कहंदे सी पहले कोई खुदकुशी करदा है तो ओदा जिद्दां आपां रिस्क असैसमेंट करदे आ कि करेगा कि नहीं करेगा। ओदे च बड़ा इंपॉर्टेंट जा फैक्टर हुंदा है कि उन्हें पहले ट्राई कीता कि नहीं कीता। ठीक है। कहने का भाव यह है कि किसी ने पहले की है कोशिश, नाकामयाब हुई है जे, ओदे चांसेस वध जाते ने कंप्लीटेड करने दे जी। मतलब दोबारा फिर करेगा, अपने आप को खत्म कर लेगा बंदा। लेकिन आजकल असी देख रहे हैं कि कई बारी बंदा पहली बारी ट्राई करता है एंड वो सक्सीड करता है, सक्सेसफुल होता है, तो पहली बारी अपने आप को कामयाबी नाल खत्म कर लेता है। ठीक है। तो तुसी नहीं कई बारी दस सकते कि बंदा करेगा कि नहीं करेगा। ते विद्यार्थियों च क्यों हो रहा है या इस एज से क्यों हो रहा है, बड़ा इंपॉर्टेंट समझना है लोग। देखो किसी का एक तो बायोलॉजिकल बेसिस है जिन्होंने आप कहते हैं कि दिमाग में केमिकल इंबैलेंस हो गया जी। जो पदार्थ होता है सेरोटोनिन, वो सारा सेरोटोनिन पदार्थ दिमाग में बढ़ता है तो उसकी सप्लाई जो घट जाती है, बंदे दे डिप्रेशन हो जाती है। हाँ, हुण बार-बार ना कॉल कर रही सी। ले लो जी। जी सत श्री अकाल जी, स्वागत है जी ਤੁਹਾਡਾ प्रोग्राम ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਬੜਾ ਸੋਹਣਾ ਤੁਹਾਡਾ ਟੌਪਿਕ ਹੈ ਬੱਚਿਆਂ ਤੇ। ਜਦੋਂ ਸੁਣਦੇ ਆ ਨਾ ਕੈਨੇਡਾ ਦੇ ਵਿੱਚ ਗੱਲਾਂ ਦਾ, ਮੈਂ ਤਾਂ ਬੋਲ ਰਿਹਾ ਜਿੰਦਰ ਜੀ। ਸ਼ੁਕਰੀਆ ਤੁਹਾਡਾ ਕਾਲ ਕਰਨ ਲਈ। ਔਰ ਜੀ ਕੋਈ ਗੱਲ ਨਹੀਂ ਜੀ। ਪ੍ਰੋਬਲਮ ਇਹ ਹੈ ਕਿ ਮੈਂ ਇਹਨਾਂ ਦੇ ਪਿੱਛੇ ਕਰੋਨਾ ਤੋਂ ਪਹਿਲਾਂ ਇੰਡੀਆ ਸੀਗਾ ਜੀ, ਤੇ ਉੱਥੇ ਮੈਂ ਦੇਖਿਆ ਕਿ ਸਾਡੇ ਇਹ ਜਿਹੜੇ ਖੁਦਕੁਸ਼ੀਆਂ ਕਰਦੇ ਨਾ ਬੱਚੇ, ਸਾਡੇ ਸਮਾਜ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ। ਜਿਹੜੀਆਂ ਸਾਡੀਆਂ ਕੰਪਨੀਆਂ ਵੀਜ਼ੇ ਲਵਾਉਂਦੀਆਂ ਨਾ, ਇਹ ਇੱਕ ਗਲਤ ਤਰ੍ਹਾਂ ਦਾ ਸੁਪਨਾ ਵਿਖਾਉਂਦੀਆਂ ਨੇ। ਕਿਉਂਕਿ ਜਿਹੜਾ 70-80% ਸਾਡਾ ਪੰਜਾਬ ਦਾ ਬੱਚਾ ਹੈ ਨਾ, ਉਹ ਕਰਜ਼ਾ ਚੱਕ ਕੇ ਆ ਰਿਹਾ ਜੀ। 15-20 ਲੱਖ ਰੁਪਇਆ ਕਰਜ਼ਾ ਚੱਕ ਲੈਣਾ, ਘਰੇ ਪੈਸੇ ਨਹੀਂ, ਤੇ ਉਹਨਾਂ ਨੂੰ ਕੰਪਨੀਆਂ ਕਹਿੰਦੀਆਂ ਨੇ, ਮੈਂ ਨਾਲ ਖੁਦ ਜਾ ਕੇ ਦੇਖਿਆ ਤੇ ਕੰਪਨੀਆਂ ਕਹਿੰਦੀਆਂ ਤੁਸੀਂ ਤਾਂ ਖਾਸ ਪੈਸੇ ਬਣਾ ਲੈਣੇ ਉੱਥੇ ਜਾ ਕੇ। ਜਦੋਂ ਬੱਚਾ ਇੱਥੇ ਆਉਂਦਾ ਹੈ, ਇੱਥੋਂ ਵੀ ਆ ਕੇ ਤਸਵੀਰ ਦੇਖਦਾ ਹੈ, ਉਹਨੇ ਕਾਲਜ ਵੀ ਜਾਣਾ ਹੈ, ਉਹਨੂੰ ਲਾਈਫ ਦਾ ਵੀ ਫਿਕਰ ਹੈ, ਉਹਨੂੰ ਰੋਟੀ ਦਾ ਵੀ ਫਿਕਰ ਹੈ, ਤੇ ਪਿੱਛੇ ਘਰ ਵਾਲੇ ਕਹਿ ਰਹੇ ਨੇ ਵੀ ਅਸੀਂ ਤਾਂ ਤੈਨੂੰ ਕਰਜ਼ਾ ਚੱਕ ਕੇ ਵਿਆਜੀ ਪੈਸੇ ਭੇਜਦੇ ਸੀ, ਵਿਆਜ ਹੀ ਭੇਜਦੇ। ਬਿਲਕੁਲ। ਉਹ ਮਾਂ ਪਿਓ ਕੁਛ ਹੋਰ ਸੋਚ ਰਹੇ ਹੁੰਦੇ ਨੇ, ਬੱਚਾ ਕੁਛ ਹੋਰ ਸੋਚ ਰਿਹਾ ਹੁੰਦਾ, ਤੇ ਜਿਹੜੀਆਂ ਕੰਪਨੀਆਂ ਭੇਜਣ ਵਾਲੀਆਂ ਉਹ ਉਹਨੂੰ ਸੁਪਨੇ ਵਿਖਾ ਰਹੀਆਂ ਨੇ। ਸਾਡੇ ਸਮਾਜ ਦਾ ਬੜਾ ਵੱਡਾ ਰੋਲ ਹੈ ਕਿ ਬੱਚਾ ਕਰੇ ਤੇ ਕੀ ਕਰੇ ਜੀ। ਉਹ ਜਦੋਂ ਪਿੱਛੇ ਨੂੰ ਦੇਖਦਾ ਤਾਂ ਮਾਂ ਪਿਓ ਹੁੰਦਾ ਹੈ, ਇੱਥੇ ਦੇਖਦਾ ਕਿ ਉਹਦਾ ਇੱਥੇ ਕਿਤੇ ਹੱਥ ਨਹੀਂ ਪੈਂਦਾ। ਜੇ ਕੋਈ ਉੱਥੇ ਕੰਮ ਦਿੰਦਾ ਤੇ ਸਾਡੇ ਲੋਕਾਂ, ਸਾਡੇ ਸਮਾਜ ਦਾ ਪਤਾ ਹੈ, ਜੇ $15 ਰੇਟ ਚੱਲਦਾ ਤੇ ਉਹਨੂੰ $7 ਦਿੰਦੇ ਨੇ। ਸ਼ੋਸ਼ਣ ਹੋ ਰਿਹਾ, ਉਹਦਾ ਕਿਰਾਇਆ ਵੀ ਨਹੀਂ ਪੂਰਾ ਹੁੰਦਾ ਜੀ। ਜਿਹੜਾ ਇਹ ਸਾਡਾ ਸਮਾਜ ਧੱਕਿਆ ਜਾ ਰਿਹਾ ਨਾ ਬੜੇ ਪੁੱਠੇ ਦੇ ਪਾਸੇ ਨੂੰ, ਇੱਕ ਰੀਤ ਚੱਲ ਪਈ ਹੈ ਵੀ ਕੈਨੇਡਾ ਦਾ ਸੁਪਨਾ ਵਿਖਾ ਕੇ। ਹਾਂ ਠੀਕ ਹੈ, ਜਿਹਦੇ ਕੋਲ ਪਹੁੰਚ ਹੈ ਉਹ ਘਰੋਂ ਪੈਸੇ ਲਾ ਕੇ ਆ ਜਾਂਦਾ ਹੈ, ਉਹਦਾ ਸਟੈਂਡ ਉਹ ਸਹੀ ਲੈ ਜਾਂਦਾ ਹੈ, ਫੀਸ ਭਰੀ ਗਈ, ਸਭ ਕੁਛ ਹੋ ਗਿਆ, ਉਹਨੂੰ ਰੋਟੀ ਖਾਣ ਨੂੰ ਮਿਲ ਗਈ, ਰਹਿਣ ਨੂੰ ਜਗ੍ਹਾ ਮਿਲ ਗਈ। ਇੱਕ ਬੱਚਾ ਗੱਦੇ ਦੇ ਵਿੱਚ ਗਰਸਿਆ, ਉਹਦਾ ਮਾਂ ਪਿਓ ਪਹਿਲਾਂ ਹੀ ਗਰਸਿਆ ਹੋਇਆ ਸੀ, ਉਹਨੇ ਬਹੁਤ ਕਰਜ਼ਾ ਚੱਕ ਕੇ ਭੇਜਦਾ। ਇਹ ਪ੍ਰੋਬਲਮ ਆ ਬੀਬੀ। ਕੁਛ ਜੇ ਡਾਕਟਰ ਸਾਹਿਬ ਨਾਲ ਬਿਲਕੁਲ ਸਹਿਮਤ ਆ, ਕੁਛ ਚੀਜ਼ਾਂ ਹੁੰਦੀਆਂ ਨੇ ਕਿ ਉਹ ਸਮਾਜ ਦੇ ਵਿੱਚੋਂ ਹੀ ਇਹ ਰੀਤੀਆਂ ਉੱਠਦੀਆਂ ਨੇ। ਮਰਨਾ ਕੋਈ ਸੌਖੀ ਗੱਲ ਨਹੀਂ, ਮਰਨਾ ਸਭ ਤੋਂ ਔਖਾ ਹੈ। ਹਰ ਬੰਦੇ ਦਾ ਜੀਵਨ ਨੂੰ ਜੀ ਕਰਦਾ ਹੈ। ਤੇ ਕੁਛ ਸਾਡੇ ਜਿਹੜੇ ਰਿਸ਼ਤੇ ਨੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ, ਗੁਰੂ ਘਰ ਦੇ ਵਿੱਚ ਝੂਠ ਬੋਲ ਕੇ ਰਿਸ਼ਤਾ ਕਰਦੇ ਆ। ਕੋਈ ਕੁੜੀ ਕਰਾ ਕੇ ਆ ਕੇ ਇੱਥੇ ਭੱਜ ਜਾਂਦੀ ਹੈ ਜਾਂ ਮੁੰਡਾ ਭੱਜ ਜਾਂਦਾ ਹੈ, ਉਹ ਵੀ ਉਹਨਾਂ ਨੂੰ ਇੱਕ ਬੜਾ ਝਟਕਾ ਵੱਡਾ ਵੱਜਦਾ ਹੈ। ਇਹ ਸਾਡੇ ਸਮਾਜ ਦੀ ਦੇਣ ਹੈ, ਸਾਡੇ ਸਮਾਜ ਨੂੰ ਸੋਚਣਾ ਪਊਗਾ ਜੀ। ਇੱਕ ਮੈਂ ਤੁਹਾਡੇ ਜਿਹੜੇ 3 ਨੁਕਤੇ ਮੈਂ ਲਿਖੇ ਨੇ, ਇੱਕ ਤਾਂ ਇਹ ਹੈ ਕਿ ਇਮੀਗ੍ਰੇਸ਼ਨ ਵੱਲੋਂ ਜਿਹੜੇ ਉਹ ਏਜੰਟ ਆ ਜਿਹੜੇ ਸੁਪਨੇ ਦਿਖਾਉਂਦੇ, ਉਹਨਾਂ ਨੂੰ ਸੁਪਨੇ ਸਿਰਜਦੇ ਨੇ। ਦੂਜਾ ਜਿਹੜਾ ਪੁਆਇੰਟ ਤੁਸੀਂ ਸਾਂਝਾ ਕੀਤਾ ਵੀ ਇੱਥੇ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਸਾਡੇ ਹੀ ਬੱਚਿਆਂ ਨਾਲ ਅਸੀਂ ਸ਼ੋਸ਼ਣ ਕਰਦੇ ਹਾਂ। ਤੀਜਾ ਪੁਆਇੰਟ ਇਹ ਆ ਵੀ ਉਹ ਜਿੱਥੇ ਜਿਹੜਾ ਪਿੱਛੇ ਕਰਜ਼ਾ ਚੱਕਿਆ,
ਪਰ ਇਹਦੇ ਵਿੱਚ ਇੱਕ ਚੀਜ਼ ਨਾਲ ਮੈਂ ਤੁਸੀਂ ਇਹ ਮਾਫ ਕਰਨਾ ਇਸ ਨੂੰ ਕੋਈ ਤੁਸੀਂ ਆਪਣੇ ਆਪ ਨਾਲ ਲੈਣਾ, ਪਰ ਇੱਕ ਚੀਜ਼ ਨਾਲ ਮੈਂ ਤੁਹਾਡੇ ਨਾਲ ਕਿਤੇ ਐਗਰੀ ਨਹੀਂ ਕਰ ਰਿਹਾ ਕਿ ਸਾਡੇ ਪੇਰੈਂਟਸ ਦਾ ਅਸੀਂ ਵੀ ਬੱਚੇ ਆ ਜਾਂ ਅਸੀਂ ਵੀ ਇੱਕ ਸਟੂਡੈਂਟ ਦੇ ਤੌਰ ਤੇ ਇੱਥੇ ਆਏ ਆ, ਸਾਡੇ ਪੇਰੈਂਟਸ ਦਾ ਵੀ ਜਾਂ ਸਾਡੇ ਜਿਹੜੇ ਪਰਿਵਾਰ ਦੇ ਮੈਂਬਰਾਂ ਦਾ ਵੀ ਕਿਤੇ ਨਾ ਕਿਤੇ ਕਸੂਰ ਆ। ਉਹ ਕਿਉਂ ਸੁਪਨੇ ਦੇਖਦੇ ਆ, ਕਿਉਂ ਕਰਜ਼ਾ ਚੱਕ ਕੇ, ਜੇ ਸਾਡੀ ਪਹੁੰਚ ਨਹੀਂ ਤਾਂ ਫਿਰ ਕਿਉਂ ਅਸੀਂ ਅੱਡੀਆਂ ਚੱਕ ਕੇ ਫਾਹਾ ਲੈਂਦੇ ਆ? ਉਹਦਾ ਆਨਸਰ ਤੁਹਾਨੂੰ ਮੈਂ ਦਿੰਦਾ ਜੀ। ਉਹਦਾ ਆਨਸਰ ਇਹ ਹੈ ਵੀ ਜੀ ਸਾਡੀਆਂ ਜਿਹੜੀਆਂ ਗਵਰਨਮੈਂਟਾਂ ਨੇ ਉੱਥੇ ਬਿਲਕੁਲ ਮੈਂ ਮਿਲ ਗਿਆ, ਮੈਂ ਮਾਫ ਕਰਨਾ ਤੁਹਾਡਾ ਗਵਰਨਮੈਂਟ ਸ਼ਬਦ ਕਹਿਣ ਤੇ ਜਾਂ ਸਿਸਟਮ ਸ਼ਬਦ ਕਹਿਣ ਤੇ ਹੀ ਮੈਨੂੰ ਸਾਰੇ ਤੁਹਾਡੀ ਗੱਲ ਦਾ ਜਵਾਬ ਮਿਲ ਗਿਆ, ਔਰ ਇਹੀ ਮੈਂ ਚਾਹੁੰਦਾ ਸੀ ਇਹ ਅਸੀਂ ਅੱਗੇ ਜਾ ਕੇ ਡਿਸਕਸ ਕਰਨਾ। ਔਰ ਤੁਸੀਂ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਸਾਂਝ ਪਾਈ ਆ ਔਰ ਬੜੇ ਸੋਹਣੇ ਜਿਹੜੇ ਵੈਲਿਡ ਪੁਆਇੰਟ ਸਾਨੂੰ ਦਿੱਤੇ, ਔਰ ਅਸੀਂ ਅੱਗੇ ਚੱਲ ਕੇ ਡਿਸਕਸ ਕਰਾਂਗੇ। ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਔਰ ਉਹਨਾਂ ਨੇ ਬੜੀਆਂ 3 ਚੀਜ਼ਾਂ ਜਿਹੜੀਆਂ ਆਪਾਂ ਬੇਸਿਕ ਜਿਨ੍ਹਾਂ ਨੂੰ ਕਹਿੰਦੇ ਆ ਉਹ ਇੱਥੇ ਦਿੱਤੀਆਂ। ਇਹ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਖਾਸ ਤੌਰ ਤੇ ਉਹਨਾਂ ਦੇ ਲਈ ਨੁਕਤੇ ਆ। ਹੁਣ ਇਸ ਤੋਂ ਪਹਿਲਾਂ ਕਿ ਆਪਾਂ ਇਹਨਾਂ ਬਾਰੇ ਚਰਚਾ ਕਰੀਏ, ਲੋਕਲ ਜਿਹੜੇ ਬੱਚੇ ਨੇ, ਸਾਡੇ ਲੋਕਲ ਬੱਚੇ, ਉਹਨਾਂ ਦੇ ਸਿਰ ਤੇ ਡਾਕਟਰ ਸਾਹਿਬ ਕੋਈ ਕਰਜ਼ਾ ਨਹੀਂ ਹੁੰਦਾ। ਜਿਹੜੇ ਲੋਕਲ ਬੱਚੇ ਆ, ਇੱਥੋਂ ਦੇ ਬੋਰਨ ਬੱਚੇ, ਸਟੂਡੈਂਟ ਆ, ਨੌਜਵਾਨ ਪੀੜ੍ਹੀ ਆ, ਸਿਰ ਤੇ ਉਹਨਾਂ ਦੇ ਕੋਈ ਕਰਜ਼ਾ ਨਹੀਂ ਹੁੰਦਾ। ਉਹਨਾਂ ਦੇ ਕੋਲੇ ਰਹਿਣ ਸਹਿਣ ਨੂੰ ਘਰ ਹੁੰਦਾ, ਛੱਤ, ਰੋਟੀ ਪਾਣੀ ਦਾ ਸਾਰਾ ਬੰਦੋਬਸਤ ਹੁੰਦਾ, ਮਹਿੰਗੀ ਗੱਡੀ ਵੀ ਹੁੰਦੀ ਹੈ ਕਿ ਪਿਓ ਦਾਦੇ ਦੀ ਬਣਾਈ ਵੀ ਜ਼ਮੀਨ ਜਾਇਦਾਦ ਜਾਂ ਸਭ ਕੁਝ ਹੁੰਦਾ। ਡਾਕਟਰ ਸਾਹਿਬ ਕਿੱਥੇ ਪ੍ਰੋਬਲਮ ਰਹਿ ਜਾਂਦੀ ਹੈ ਕਿ ਫਿਰ ਉਹ ਵੀ ਬੱਚਾ ਜਿਹਦੇ ਸਿਰ ਤੇ ਕੋਈ ਬੋਝ ਨਹੀਂ ਹੈ, ਆਪਾਂ ਜਿਨ੍ਹਾਂ ਦੇ ਉੱਪਰ ਬੋਝ ਆ ਉਹਨਾਂ ਬਾਰੇ ਵੀ ਚਰਚਾ ਕਰਾਂਗੇ, ਜਿਨ੍ਹਾਂ ਉੱਪਰ ਬੋਝ ਨਹੀਂ ਹੈ, ਜਿਹਦੇ ਆਪਾਂ ਕੇਸ ਸਟੱਡੀ ਕਰ ਰਹੇ ਹਾਂ ਅੱਜ, ਉਹ ਕਿਉਂ ਸੁਸਾਈਡ ਵੱਲ ਨੂੰ ਧੱਕਿਆ ਜਾਂਦਾ? ਮੈਂ ਦੱਸਦਾ, ਮੈਂ ਤੁਹਾਡੇ ਨਾਲ ਮੈਂ ਮਾਫੀ ਮੰਗਦਾ, ਮੈਨੂੰ ਪਤਾ ਤੁਸੀਂ ਬੜੇ ਸਿਆਣੇ ਬੰਦੇ ਹੋ, ਤੁਹਾਨੂੰ ਕਈ ਵਾਰੀ ਮਿਲਿਆ, ਬਟ ਇਹ ਤੁਹਾਡੇ ਮੈਂ ਗੱਲ ਤੇ ਇਤਰਾਜ਼ ਕਰਾਂਗਾ। ਜਿਹੜੇ ਇੱਥੇ ਦੇ ਲੋਕਲ ਬੰਦੇ ਨੇ ਉਹ ਉਹਨਾਂ ਤੇ ਜ਼ਿਆਦਾ ਕਰਦੇ ਨੇ ਵੀਰ ਜੀ। ਅੱਛਾ, ਇਹ ਸਟੈਟਿਸਟਿਕਸ ਵੀ ਦੇਖੋਗੇ, ਮੈਂ ਲੈ ਕਰਕੇ ਆਇਆ, ਮੈਂ ਪੜ੍ਹ ਕੇ ਆਇਆ, ਦਿਖਾ ਸਕਦਾ। ਕੈਨੇਡੀਅਨ ਬੌਰਨ ਬੱਚਿਆਂ ਦੇ ਵਿੱਚ ਰਿਸਕ 3 ਗੁਣਾ ਵੱਧ ਹੈਗਾ as compared to somebody who is immigrant, ਜਿਹੜਾ ਬਾਹਰੋਂ ਆ ਰਿਹਾ ਹੈ। ਔਰ ਮੈਂ ਦੱਸਦਾ, ਮੈਂ ਰੋਜ਼ ਵੀ ਦੇਖਦਾ ਵੀ ਆ, ਉਹਨਾਂ ਤੇ ਕਰਜ਼ੇ ਹੈਗੇ ਵੀ, ਲੇਕਿਨ ਉਹਨਾਂ ਦਾ ਐਟੀਟਿਊਡ ਲਾਈਫ ਦਾ ਹੋਰ ਹੈ। ਸਾਡੇ ਜਿਹੜੇ ਬੰਦੇ ਆ ਰਹੇ ਨੇ, ਜਿਹੜੇ ਬੱਚੇ ਆ ਰਹੇ ਨੇ, ਉਹਨਾਂ ਤੇ ਐਕਸਪੈਕਟੇਸ਼ਨਸ ਦਾ ਫੌਜਾ ਕਿੰਨਾ ਹੈਗਾ। ਆਉਂਦੇ ਨੇ 에ਅਰਪੋਰਟ ਤੇ, ਉਹ ਕੋਈ ਖੁਸ਼ੀ 2-4 ਦਿਨ ਰਹਿੰਦੀ ਹੈ ਕੈਨੇਡਾ ਆਉਣ ਦੀ। ਜਿੱਦਾਂ ਤੁਸੀਂ ਕਿਹਾ ਨਾ, ਭਾਈ ਸਾਹਿਬ ਨੇ ਵੀ ਕਿਹਾ ਕਿ ਬਈ ਜੌਬ ਵੀ ਕਰਨੀ ਹੈ, ਬੰਦਾ ਆ ਕੇ ਇੱਥੇ ਟਿਮ ਹਾਰਟਨ ਤੇ ਜੌਬ ਵੀ ਲੱਭਦਾ ਹੈ, ਜ਼ਿੰਮੇਵਾਰੀਆਂ ਦੀ ਪੰਡ ਲੈ ਕੇ ਆਉਂਦੇ ਆ ਨਾ। ਕਰੈਕਟ। ਤੇ ਕਿੰਨੇ ਸਾਰੀ ਐਕਸਪੈਕਟੇਸ਼ਨ ਨੇ ਸਾਡੇ ਤੋਂ, ਠੀਕ ਹੈ ਨਾ। ਸੇ ਫੇਲਿਅਰ, ਤੁਸੀਂ ਜਿਹੜਾ ਕਰਜ਼ਾ ਲੈ ਕਰਕੇ ਆ ਰਹੇ ਹੋ, ਤੁਸੀਂ ਇੰਨਾ ਜ਼ਮੀਨ ਵਿੱਚ ਗਿਰਵੀ ਵੇਚ ਕੇ ਆ ਰਹੇ ਹੋ, ਇੱਥੇ ਟਿਕਟਾਂ ਖਰਚ ਕਰਕੇ ਆ ਰਹੇ ਹੋ, ਇੰਨਾ ਤੁਹਾਡੇ ਕਰਜ਼ਾ ਚੱਕਿਆ ਜੇ। ਅੱਛਾ, ਕਾਲਜ ਵੀ ਇੱਥੇ ਵੀ ਜਿਹੜੇ ਹੈਗਾ ਉਹਨੇ ਪੱਕਾ ਹੈ ਨਹੀਂ ਹੈ, ਜਾਂ ਜਿੱਦਾਂ ਤੁਸੀਂ ਕਿਹਾ ਹੈਗਾ ਸ਼ੋਸ਼ਣ ਕਰਦੇ ਹੈਗੇ, ਐਕਸਪਲੋਇਟ ਕਰਦੇ ਹੈਗੇ। ਸਾਡੇ ਦੇਸੀ ਭਰਾਈ ਕਮ ਰੇਟ ਤੇ ਕੰਮ ਕਰਾਉਂਦੇ ਨੇ, ਹੈ ਨਾ ਜੀ। ਤੇ ਉਹਨਾਂ ਦਾ ਫਿਰ ਉਹਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ, ਪੀਅਰ ਪ੍ਰੈਸ਼ਰ ਹੈਗਾ। ਕਿਉਂ ਆਉਂਦੇ ਨੇ? ਕਿਉਂਕਿ ਉਹ ਤੇ ਚਲਾ ਗਿਆ, ਉਹਦਾ ਮੁੰਡਾ ਚਲਾ ਗਿਆ, ਤੂੰ ਕਿਉਂ ਨਹੀਂ ਜਾ ਸਕਦਾ? ਉਹ ਜਿਹੜੀ ਸ਼ਰੀਕੇਬਾਜ਼ੀ ਵੀ ਆ ਜਾਂਦੀ ਹੈ। ਉਹਦਾ ਮੁੰਡਾ ਕਿੰਨੇ $1000 ਕਮਾਉਂਦਾ, ਤੂੰ ਕਿੰਨੇ ਕਮਾਉਂਦਾ? ਹਾਂ, ਸਹੀ। ਇਹ ਨਹੀਂ ਦੇਖਦੇ ਕਿ ਦੂਜਾ ਮੁੰਡਾ, ਆਪਣਾ ਮੁੰਡਾ ਘਰੇ ਠੀਕ ਹੈਗਾ, ਰੋਟੀ ਖਾ ਰਿਹਾ ਹੈਗਾ, ਉਹ ਨਹੀਂ ਦੇਖਦੇ। ਕੋਈ ਨਸ਼ਾ ਨਹੀਂ ਕਰ ਰਿਹਾ, ਕੋਈ ਕਿਸੇ ਨਾਲ ਗਲਤ ਕੁਰੀਤੀਆਂ ਦੇ ਵਿੱਚ ਨਹੀਂ ਫਸਿਆ ਹੋਇਆ, ਔਰ ਸਭ ਕੁਝ ਠੀਕ ਚੱਲ ਰਿਹਾ, ਤੇ ਉਹਨੂੰ 2 ਰੋਟੀਆਂ ਜਿਹੜੀਆਂ 2 ਟਾਈਮ ਦੀਆਂ ਦੇਣੀਆਂ ਉਹ ਦੇਈ ਚੱਲੋ। ਕੀ ਪਤਾ ਅੱਗੇ ਚੱਲ ਕੇ ਉਹ ਤੁਹਾਡੇ ਆਪਣੇ ਮੁਲਕ ਦੇ ਵਿੱਚ ਹੀ ਕੋਈ IAS BCS ਜਾਂ ਕੁਝ ਹੋਰ ਬਣ ਜਾਵੇ, ਹੈ ਨਾ। ਸੋ ਡਾਕਟਰ ਸਾਹਿਬ, ਇਹ 3% ਦਾ ਜਿਹੜਾ ਆਪਾਂ, ਕਿਉਂਕਿ ਆਪਣੇ ਕੋਲ ਸਮਾਂ ਹੈਗਾ ਔਰ ਅਗਲੇ ਦੂਜੇ ਹਿੱਸੇ ਦੇ ਵਿੱਚ ਆਪਾਂ ਜਿਹੜੇ ਬਾਕੀ ਸਟੂਡੈਂਟਸ ਦੀ ਵੀ ਗੱਲ ਕਰਨੀ ਹੈ, ਇਹ 3% ਦਾ ਜਿਹੜਾ ਸਟੈਟਸ ਨਜ਼ਰ ਆ ਰਿਹਾ ਕਿ ਵੀ ਉਹਨਾਂ ਦੇ ਉੱਪਰ ਕਰਜ਼ਾ ਹੁੰਦਾ। ਇੱਕ ਸ਼ਬਦ ਤੁਸੀਂ ਯੂਜ਼ ਕੀਤਾ ਕਿ ਉਹਨਾਂ ਦਾ ਐਟੀਟਿਊਡ। ਡਾਕਟਰ ਸਾਹਿਬ, ਜੇ ਅਗਰ ਉਹਨਾਂ ਦਾ ਐਟੀਟਿਊਡ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਉਹਨਾਂ ਦਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਬਣ ਗਿਆ, ਉਹ ਲਾਈਫ ਸਟਾਈਲ ਕਿਹਨਾਂ ਨੇ ਦਿੱਤਾ? ਅਸੀਂ ਦਿੱਤਾ। ਆਪਣੇ ਬੱਚੇ ਨੂੰ ਅਸੀਂ ਲਾਈਫ ਸਟਾਈਲ ਦਿੱਤਾ ਕਿ ਵੀ ਤੂੰ ਮਾੜਾ ਖਾਣਾ ਨਹੀਂ ਤੇ ਮਾੜਾ ਪਾਉਣਾ ਨਹੀਂ, ਬ੍ਰਾਂਡਡ ਖਾਣਾ, ਬ੍ਰਾਂਡਡ ਪੀਣਾ, ਸਭ ਕੁਝ ਬ੍ਰਾਂਡਡ ਹੋ ਗਿਆ। ਔਰ ਜਦੋਂ ਜ਼ਿੰਦਗੀ ਦੀ ਗੱਲ ਕਰੀਏ, ਉਹ ਵੀ ਬ੍ਰਾਂਡਡ ਹੋ ਚੁੱਕੀ ਹੈ, ਬੰਦੇ ਵੀ ਬ੍ਰਾਂਡਡ ਹੋ ਚੁੱਕੇ ਆ। ਵੈਰੀ ਕਰੈਕਟ। ਤੇ ਹੁਣ ਗੱਲ ਕਿੱਥੇ ਫਸਦੀ ਆ ਕਿ 3% ਦਾ ਹਰੇਕ ਬੰਦੇ ਉੱਪਰ ਜਿਹੜਾ 3% ਰਿਸਕ ਹੈ, ਜਿਹੜਾ ਹਰੇਕ ਉਸ ਪਰਸਨ ਉੱਪਰ ਜਿਹੜੇ ਕਿ ਇੱਥੋਂ ਦੇ ਬੋਰਨ ਨੇ, 3 ਗੁਣਾ ਜ਼ਿਆਦਾ ਹੈ, 3 ਗੁਣਾ ਜ਼ਿਆਦਾ ਹੈਗਾ ਉਹਨਾਂ ਤੇ ਕੀ ਅਸੀਂ ਲੋਕ, ਘੱਟੋ ਘੱਟ ਤੁਸੀਂ, ਮੈਂ ਜਾਂ ਜਿਹੜੇ ਵੀ ਪ੍ਰੋਗਰਾਮ ਦੇਖ ਰਹੇ ਆ, ਕੀ ਅਸੀਂ ਆਪਣੀ ਇੱਥੋਂ ਦੀ ਜ਼ਿੰਦਗੀ ਨੂੰ ਸਾਦਾ ਨਹੀਂ ਬਣਾ ਸਕਦੇ?
ਬੜੀ ਚੰਗੀ ਗੱਲ ਹੈ ਸਾਡੀ, ਤੁਸੀਂ ਬੜੀ ਚੰਗੀ ਗੱਲ ਕਹੀ ਹੈ ਕਿ ਸਾਡੀ ਜ਼ਿੰਦਗੀ ਬ੍ਰਾਂਡਡ ਹੈ। ਦੇਖੋ ਅੱਜ ਚੱਲ ਰਿਹਾ 2020, ਠੀਕ ਹੈ। ਜੇ ਆਪਾਂ ਗੱਲ ਕਰੀਏ 20 ਸਾਲ ਦਾ ਮੁੰਡਾ ਕਦੋਂ ਪੈਦਾ ਹੋਇਆ ਸੀਗਾ? ਮਿਲੇਨੀਅਮ ਵਿੱਚ 2000 ਸਾਲ 'ਚ ਪੈਦਾ ਹੋਇਆ ਸੀਗਾ। ਉਹਨੂੰ ਇੰਟਰਨੈਟ ਮਿਲਿਆ ਸੀਗਾ। ਉਹ ਜਦੋਂ 10-11 ਸਾਲ ਦਾ ਹੋਇਆ, 7 ਸਾਲ ਦਾ ਹੋਇਆ ਸੀਗਾ, ਫੇਸਬੁੱਕ ਉਪਲਬਧ ਸੀਗਾ, ਠੀਕ ਹੈ ਨਾ। ਉਹ ਪੈਪਸੀ ਜਨਰੇਸ਼ਨ ਵਿੱਚ ਪੈਦਾ ਹੋਇਆ, ਉਹਨੇ ਆਈਫੋਨ ਦੇਖੇ ਨੇ ਜੀ। ਉਹਨੂੰ ਸਕਸੈਸ ਚਾਹੀਦਾ ਇਨਸਟੈਂਟ, 2 ਮਿੰਟ ਨੂਡਲਸ, ਠੀਕ ਹੈ ਨਾ। ਤੁਸੀਂ ਅਸੀਂ ਰੋਟੀ ਖਾਣ ਵਾਲੇ ਬੰਦੇ ਹੈਗੇ, ਉਹ ਨੂਡਲਸ ਖਾਣ ਵਾਲੇ ਬੰਦੇ ਹੈਗੇ, ਉਹ ਮਾਈਕ੍ਰੋਵੇਵ ਜਨਰੇਸ਼ਨ ਦੇ ਬੰਦੇ ਹੈਗੇ, ਠੀਕ ਹੈ ਨਾ। ਉਹਨਾਂ ਨੂੰ ਸਾਰਾ ਕੁਝ ਛੇਤੀ ਚਾਹੀਦਾ ਹੈ। ਤੇ ਪਰ ਮੈਂ ਤੁਹਾਡਾ ਵਿਚਾਰ ਜਾਣਨਾ ਚਾਹਣਾ ਕਿ ਇਸ ਚੀਜ਼ ਨੂੰ ਕਿਤੇ ਆਪਾਂ ਸਹਿਜਤਾ ਜਾਂ ਉਸ ਜਿਹੜੀ ਲਾਈਫ ਸਟਾਈਲ ਜਿਹਨੂੰ ਆਪਾਂ ਕਹਿੰਦੇ ਆ ਵੀ ਇੱਕ ਪੀਸ ਆਫ ਮਾਈਂਡ ਵਾਲਾ ਜਿਹੜਾ ਲਾਈਫ ਸਟਾਈਲ ਹੈ, ਕਿ ਉਹਦੇ ਵਿੱਚ ਕਨਵਰਟ ਕੀਤਾ ਜਾ ਸਕਦਾ? ਬਿਲਕੁਲ ਕੀਤਾ ਜਾ ਸਕਦਾ। ਪਰ ਇਹੀ ਚੀਜ਼ ਮੈਂ ਚਾਹਣਾ ਕਿ ਵੀ ਉਹ ਤੁਸੀਂ ਜ਼ਰੂਰ ਇੱਥੇ ਦਰਸ਼ਕਾਂ ਨੂੰ, ਉਹਨਾਂ ਦੇ ਪੇਰੈਂਟਸ ਨੂੰ ਜੋ ਵੀ ਸੁਣ ਰਹੇ ਆ, ਜ਼ਰੂਰ ਦੱਸੋ ਕਿ ਕਿਵੇਂ ਆਪਣੀ ਜ਼ਿੰਦਗੀ ਨੂੰ ਸਹਿਜ ਸੌਖਿਆ ਬਣਾ ਸਕਦੇ ਆ। ਜਿਹਨੂੰ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਸਹਿਜ ਪਕੇ ਸੋ ਮਿੱਠਾ ਹੋਏ। ਹੁਣ ਜਦੋਂ ਇਨਸਟੈਂਟ ਸਭ ਕੁਝ ਭਾਲਦੇ ਆ ਉਹ, ਤਾਂ ਫਿਰ ਖੁਦਕੁਸ਼ੀ ਵੀ ਇਨਸਟੈਂਟ ਹੀ ਹੋ ਜਾਂਦੀ ਹੈ। ਇਨਸਟੈਂਟ ਹੀ ਹੁੰਦੀ ਹੈ, ਔਰ ਮੌਤ ਵੀ ਇਨਸਟੈਂਟ ਹੈ, ਕਿਉਂਕਿ ਸੋਲੂਸ਼ਨ ਹੈ ਨਾ। ਖੁਦਕੁਸ਼ੀ ਇਜ਼ ਐਨ ਇਨਸਟੈਂਟ ਸੋਲੂਸ਼ਨ। ਤੁਸੀਂ ਇੰਨੇ ਸਾਰੇ ਜਿਹੜੇ ਆਪਣੇ ਇੱਥੇ ਦਿੱਕਤਾਂ ਪੈਦਾ ਕਰ ਲਈਆਂ, ਤੁਹਾਨੂੰ ਕੀ ਈਜ਼ੀ ਵੇ ਐਸਕੇਪ ਕਰਨ ਦਾ ਕੀ ਵੇ ਲੱਗਦਾ ਹੈ ਕਿ ਇੱਕ ਛਾਲ ਮਾਰਾਂਗਾ ਜਾਂ ਇੱਕ ਫਾਲ ਆਵਾਂਗਾ, ਮੇਰੀ ਪ੍ਰੋਬਲਮ ਐਂਡ ਹੋ ਜਾਣਗੀਆਂ। ਉਹਨਾਂ ਦੇ ਵਿਚਾਰ ਇਹੀ ਆ ਰਿਹਾ ਹੁੰਦਾ ਹੈ। ਜਦੋਂ ਆਪਾਂ ਗੱਲ ਅਸੀਂ ਕਰੀਏ ਸੁਸ਼ਾਂਤ ਸਿੰਘ ਦੀ ਜਿਹੜੀ ਹੋਈ ਸੀ, ਉਹਨੇ ਵੀ ਇਹ ਕੀਤਾ ਸੀਗਾ, ਸੁਸਾਈਡ ਬੰਦਾ, ਇੱਕ ਯੰਗ ਬੰਦਾ ਕਰਦਾ ਕਿਉਂ ਹੈ? ਕਿਉਂਕਿ ਇਹ ਸੋਲੂਸ਼ਨ ਲੱਗਦਾ ਕਿ ਮੈਨੂੰ ਹੁਣ ਜੀਣ ਵਾਸਤੇ ਕੋਈ ਵਿਚਾਰ ਰਹਿ ਹੀ ਨਹੀਂ ਗਿਆ। ਜੀ ਸੋ ਹੁਣ ਜੇ ਤੁਹਾਡੇ ਓਪੀਨੀਅਨ ਮੁਤਾਬਕ ਆਪਣੇ ਅਸੀਂ ਬੱਚਿਆਂ ਨੂੰ ਔਰ ਦੂਜੇ ਜਿਹੜੇ ਸਾਡੇ ਪੇਰੈਂਟਸ ਨੇ ਜਾਂ ਰਿਸ਼ਤੇਦਾਰ ਨੇ ਜਾਂ ਜੋ ਵੀ ਜਿਨ੍ਹਾਂ ਦੇ ਕੋਲੇ ਉਹ ਬੱਚਾ ਪਲ ਰਿਹਾ ਹੈ, ਉਹਨੂੰ ਕਿਵੇਂ ਕਿਸ ਤਰੀਕੇ ਨਾਲ ਗਾਈਡ ਕਰੀਏ ਕਿ ਉਹਦੀ ਜ਼ਿੰਦਗੀ ਦੇ ਵਿੱਚ, ਉਹਦੇ ਮਨ ਦੇ ਵਿੱਚ ਸਥਿਰਤਾ ਆ ਜਾਵੇ, ਸਹਿਜਤਾ ਆ ਜਾਵੇ ਕਿ ਜ਼ਿੰਦਗੀ ਬ੍ਰਾਂਡਡ ਨਹੀਂ ਹੁੰਦੀ, ਜ਼ਿੰਦਗੀ ਆ ਵੀ ਹੁੰਦੀ ਹੈ ਸਹਿਜਤਾ ਵਾਲੀ। ਠੀਕ ਹੈ ਜੀ। ਦੇਖੋ ਇੱਕ ਤਾਂ ਜ਼ਿੰਦਗੀ ਸਹਿਜ ਹੋਣੀ ਚਾਹੀਦੀ ਹੈ, ਜ਼ਿੰਦਗੀ ਸਲੋ ਹੋਣੀ ਚਾਹੀਦੀ ਹੈ, ਸਲੋ ਪੇਸ ਜਿਹਨੂੰ ਆਪਾਂ ਕਹਿੰਦੇ ਆ, ਠੀਕ ਹੈ ਨਾ। ਇੰਸਟੈਂਟ ਨਹੀਂ ਹੈਗੀ ਜ਼ਿੰਦਗੀ, ਵੱਡੀ ਹੈਗੀ। ਜ਼ਿੰਦਗੀ ਕੋਈ ਜੰਗ ਵੀ ਨਹੀਂ ਹੈਗੀ ਕਿ ਜਿਹੜੀ ਜਿਹੜੇ ਆਪਾਂ ਕਹਿੰਦੇ ਜ਼ਿੰਦਗੀ ਦੰਗਲ ਹੈ, ਜੀ ਕਰੋ ਜੀਤੋ ਹਾਰਨੇ ਵਾਲੇ की कोई जगह नहीं होती, ਇਹ ਨਹੀਂ ਹੈਗਾ। ਜ਼ਿੰਦਗੀ ਬਹੁਤ ਵੱਡੀ ਹੈਗੀ, ਇੱਥੇ ਇੰਨੇ ਚਾਂਸ ਮਿਲਦੇ ਨੇ, ਤੁਸੀਂ ਹਿਸਾਬ ਨਹੀਂ ਲਾ ਸਕਦੇ। ਬਿਲਕੁਲ। ਤੁਸੀਂ ਦੇਖੋ ਮੇਰੇ ਕੋਲ 12 ਡਿਗਰੀਆਂ ਨੇ, ਮੈਂ ਠੀਕ ਹੈ, मैंने कितने एग्जाम ਦਿੱਤੇ ਹੋਣਗੇ, ਮੇਰੀ ਸਕਸੈਸ ਰੇਟ 10% ਹੋਏਗੀ। ਮੇਰੇ ਕੋਲ ਜਿੰਨੇ ਐਗਜ਼ਾਮ ਨੇ ਨਾ, ਉਸ ਤੋਂ ਮੈਂ 10 ਗੁਣਾ ਜ਼ਿਆਦਾ ਐਗਜ਼ਾਮ ਦਿੱਤੇ ਨੇ, ਤਾਂ ਜਾ ਕੇ ਇੰਨੀ ਡਿਗਰੀਆਂ ਇਕੱਠੇ ਹੋਈਆਂ ਨੇ। ਵਾਹ ਵਾਹ, ਠੀਕ ਹੈ ਨਾ। ਤੁਹਾਡੀ ਆਪਣੀ ਐਗਜ਼ਾਮਪਲ ਹੈ, ਇੱਕ ਦਿਨ ਵਿੱਚ ਨਹੀਂ ਆਏ। ਜਿੰਨਾ ਆਪਾਂ ਕਹਿੰਦੇ ਨੇ ਰੋਮ ਵਾਸ ਨਾਟ ਬਿਲਟ ਇਨ ਅ ਡੇ ਜੀ। ਇਹ ਤੁਸੀਂ ਧੀਰੇ ਧੀਰੇ ਕਰਦੇ ਰਹੋ ਬਿਕੋਜ਼ ਜ਼ਿੰਦਗੀ ਤੇ ਕੋਈ ਅੰਤ ਨਹੀਂ ਹੈਗਾ। ਤੁਸੀਂ ਆਪਣਾ ਕਰਦੇ ਰਹੋ, ਜਿੱਦਾਂ ਤੁਸੀਂ ਕਿਹਾ ਸੀ ਨਾ, ਬੰਦੇ ਨੂੰ ਆਪਣੇ ਕਾਲਜ ਈਅਰਸ ਇੰਜੋਏ ਕਰਨੇ ਚਾਹੀਦੇ ਨੇ। ਬਿਲਕੁਲ। ਉਹ ਸਮਾਂ ਫਿਰ ਤੇ ਨਹੀਂ ਆਉਂਦਾ, ਠੀਕ ਹੈ ਨਾ। ਸਿੱਖਣ ਲਈ ਪੂਰੀ ਦੁਨੀਆ ਪਈ ਹੈ। ਡਾਕਟਰ ਸਾਹਿਬ ਇੱਕ ਕਾਲ ਹੋਰ ਆ ਰਹੀ ਹੈ, ਫਿਰ ਆਪਾਂ ਉਸ ਤੋਂ ਬਾਅਦ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਉਹ ਕਾਲ ਮਿਲਣ ਗੱਲ ਕਰਨਾ ਚਾਹੁੰਦੇ ਸੀਗੇ ਜੀ ਤੁਹਾਡੀ ਆਵਾਜ਼ ਸੁਣ ਰਹੇ ਨੇ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਲਾਈਕ ਮੈਨੂੰ ਤਾਂ ਲੱਗਦਾ ਹੈ ਕਿ ਸਾਰੇ ਹੀ ਬੱਚੇ ਜਿਹੜੇ ਨੇ ਇਸ ਵੇਲੇ ਮੈਂਟਲ ਇਲਨੈਸ ਵੱਲ ਜਾ ਰਹੇ ਨੇ। ਉਹਦਾ ਕੀ ਹੈ ਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਸਾਰੇ ਚੀਜ਼ਾਂ ਬਦਲ ਗਈਆਂ ਨੇ। ਖਾਣ ਦੇ ਟਾਈਮ ਸੋਣਾ, ਸੌਣ ਦੇ ਟਾਈਮ ਖਾਣਾ, ਉੱਠਣ ਦਾ ਕੋਈ ਟਾਈਮ ਨਹੀਂ, ਸੌਣ ਦਾ ਕੋਈ ਟਾਈਮ ਨਹੀਂ। ਕੀ ਖਾਣਾ ਹੈ, ਜੈਸਾ ਹਨ ਵੈਸਾ ਮਨ ਵਾਲੀ ਗੱਲ ਹੋ ਗਈ ਹੈ। ਕੈਲੰਡਰ ਹੀ ਨਹੀਂ ਹੈਗਾ। ਜਿੰਨੇ ਵਜੇ ਲੋਕੀ ਉੱਠਦੇ ਸੀਗੇ, ਉਨੇ ਵਜੇ ਬੱਚੇ ਸੌਂਦੇ ਨੇ। ਬਿਲਕੁਲ ਠੀਕ ਹੈ। ਸਾਡੇ ਪਿੰਡਾਂ ਦੇ ਵਿੱਚ ਬਹੁਤ ਅੱਛਾ ਤੁਸੀਂ ਇਹ ਪੁਆਇੰਟ ਜਿਹੜਾ ਦਿੱਤਾ। ਸਾਡੇ ਪਿੰਡਾਂ ਦੇ ਵਿੱਚ ਜੇ ਆਪਾਂ ਆਪਣੇ ਪੰਜਾਬੀ ਕਲਚਰ ਦੀ ਗੱਲ ਕਰੀਏ, ਕਿਉਂਕਿ ਜਦੋਂ ਕਹਿੰਦੇ ਆ ਨਾ ਵੀ ਅਸੀਂ ਪੰਜਾਬੀ ਹੁੰਨੇ ਆ ਔਰ ਸਾਡੇ ਖੂਨ ਦੇ ਵਿੱਚ ਉਹੀ ਫਿਰ ਆ ਜਾਂਦੀਆਂ ਗੱਲਾਂ ਕਿ ਅਸੀਂ ਤਾਂ ਹਥਿਆਰਾਂ ਵਾਲੇ ਅਸੀਂ, ਤਾਂ ਫਿਰ ਇਹ ਵੀ ਕਲਚਰ ਵਾਲੀ ਗੱਲ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ 4 ਵਜੇ ਜਦੋਂ ਬਾਬਾ ਹੋਕਾ ਦਿੰਦਾ ਸੀ, ਉਦੋਂ ਇਹ ਸਾਰਾ ਜਿਹੜਾ ਸਿਸਟਮ ਚੱਲਦਾ ਸੀ ਜ਼ਿੰਦਗੀ ਦਾ। ਤੇ ਹੁਣ ਤੁਸੀਂ ਗੱਲ ਬੜੀ ਅੱਛੀ ਕਹੀ ਹੈ, 4 ਵਜੇ ਤਾਂ ਸਾਡੇ ਜਵਾਕ ਆ ਜਿਹੜੇ ਉਹ ਕਲੱਬਾਂ ਤੋਂ ਬਾਹਰ ਆ ਰਹੇ ਹੁੰਦੇ ਆ, ਔਰ ਸੌਣਾ ਕਿਹੜੇ ਵੇਲੇ ਆ, ਖਾਣਾ ਪੀਣਾ ਕਿਹੜੇ ਵੇਲੇ ਆ। ਬਹੁਤ ਅੱਛਾ ਤੁਹਾਡਾ ਵੈਲਿਡ ਪੁਆਇੰਟ ਆ, ਬਹੁਤ ਸ਼ੁਕਰੀਆ ਤੁਹਾਡਾ। ਮੇਰੀ ਲਾਈਫ ਬਹੁਤ ਡਿਫਰੈਂਟ ਸੀਗੀ 3 ਸਾਲ ਪਹਿਲੇ, ਪਰ ਮੈਂ ਦੇਖਿਆ कि शायद किसी ने कहावत कही है, जैसा अन्न वैसा मन। मेरा फ्रीजर जदों दा बंद होया घर दे अंदर, या आइस बंद हुई है, या सारी कुकिंग तीनों टाइम दी फ्रेश हो गई है, मैंने देखा कि जिंदगी बदल गई है जी।
ਅੱਛਾ, ਹਾਂਜੀ। ਇਹ ਵੀ ਇੱਕ ਬਹੁਤ ਅੱਛਾ ਉਹਨਾਂ ਦਾ ਮਤਲਬ ਤੁਹਾਡਾ ਜਿਹੜਾ ਖਾਸ ਤੌਰ ਤੇ ਜਿਹੜਾ ਪੁਆਇੰਟ ਉਹ ਇਹ ਹੈ ਕਿ ਵੀ ਤੁਹਾਡਾ ਜਿਹੜਾ ਖਾਣ ਪਾਣ ਹੈ ਉਹ ਫਰੈਸ਼ ਔਰ ਤਾਜ਼ਾ ਅਗਰ ਹੈ ਤਾਂ ਸ਼ਾਇਦ ਤੁਹਾਡੇ ਅੰਦਰ ਜਿਹੜੀ ਨੈਗੇਟਿਵਿਟੀ ਨਹੀਂ ਆਉਂਦੀ। ਲੱਗਦਾ ਤੇ ਇਹ ਹੈ ਕਿ ਜਿੰਨੇ ਪ੍ਰੋਬਲਮ ਹੈ, ਮੈਨੂੰ ਤਾਂ ਲੱਗਦਾ ਹੈ ਕਿ ਹੈਰਾਨ ਹੁੰਦੇ ਆ ਕਿ ਇੰਡੀਆ ਤੋਂ ਜਿਹੜੇ ਲੋਕੀ ਆਏ ਹੈ, ਜਿੰਨੇ ਇੱਥੇ ਚਿਪਸ ਦੀ ਆਇਲ ਹੈ ਜਾਂ ਜਿੰਨਾ ਸੀਰੀਅਲ ਦੀ ਆਇਲ ਹੁੰਦੀ ਹੈ, ਇਹਦੇ ਤੋਂ ਅੱਗੇ ਤਾਂ ਸਾਡੇ ਸਟੋਰ ਹੁੰਦੇ ਸੀ ਕਰਿਆਨੇ ਦੇ, ਜਿੱਥੋਂ ਸਾਰਾ ਘਰ ਦਾ ਸਮਾਨ ਆ ਜਾਂਦਾ ਸੀਗਾ। ਹੁਣ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸਟੋਰ 'ਚ 1000 ਦਾ ਸਟੋਰ ਖੁੱਲਿਆ ਪਿਆ, ਸਮਝ ਹੀ ਨਹੀਂ ਆਉਂਦੀ ਇਹ ਹੋ ਕੀ ਰਿਹਾ ਲਾਈਕ। ਤੇ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਔਰ ਤੁਹਾਡੇ ਜਿਹੜੇ ਪੁਆਇੰਟ ਨੇ ਬੜੇ ਵੈਲਿਡ ਹੈ। ਔਰ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਜ਼ਿਕਰ ਕਰੀਏ ਕਿ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਜ਼ਿੰਦਗੀ ਦਾ ਸੁਪਨਾ ਹੀ ਰਹਿ ਗਿਆ ਔਰ ਪਿੱਛੇ ਨੂੰ ਜਾਣਾ ਬੜਾ ਮੁਸ਼ਕਿਲ ਹੈ, ਪਰ ਅੱਜ ਦੀ ਡੇਟ ਦੇ ਵਿੱਚ ਸਿਰਫ ਇੰਨਾ ਕੀ ਬਚਾਅ ਕਰ ਲਈਏ ਕਿ ਬੱਚਿਆਂ ਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਘੱਟੋ ਘੱਟ ਇਹ ਫੁਰਨੇ ਨਾ ਫੁਰਨ ਕਿ ਸਾਡੀ ਜ਼ਿੰਦਗੀ ਦਾ ਔਰ ਸਾਡੀਆਂ ਪ੍ਰੋਬਲਮਸ ਦਾ ਜਿਹੜਾ ਸੋਲੂਸ਼ਨ ਹੈ ਉਹ ਸੁਇਸਾਈਡ ਹੈ। ਬਸ ਸਾਡਾ ਇਹੀ ਮਕਸਦ ਅੱਜ ਪ੍ਰੋਗਰਾਮ ਕਰਨ ਦਾ। ਸ਼ੁਕਰੀਆ ਕਾਲ ਕਰਨ ਲਈ ਜੀ। ਡਾਕਟਰ ਸਾਹਿਬ ਇਹ ਬੜਾ ਵੈਲਿਡ ਪੁਆਇੰਟ ਸੀ, ਪਰ ਇਹ ਕਹਿ ਰਿਹਾ ਕਿ ਬੈਕ ਟੂ ਨੇਚਰ, ਵੀ ਸਾਡਾ ਬੈਕ ਟੂ ਨੇਚਰ ਅਗਰ ਜਾਵਾਂਗੇ ਤਾਂ ਸਾਡੀ ਜ਼ਿੰਦਗੀ ਸਵਰ ਸਕਦੀ ਹੈ। ਪਰ ਇਹ ਬੜਾ ਕਠਿਨ ਹੋ ਚੁੱਕਿਆ ਜਿਹੜੇ ਹਿਸਾਬ ਨਾਲ ਤੁਸੀਂ ਬਿਆਨ ਕੀਤਾ ਸੀ ਕਿ ਵੀ ਜੰਮਦੇ ਬੱਚੇ ਨੂੰ ਆਈਫੋਨ, ਇੰਟਰਨੈਟ ਔਰ ਪੈਪਸੀ ਯੁੱਗ ਦੇ ਵਿੱਚ ਪੈਦਾ ਹੋਇਆ, ਤਾਂ ਮਾਫ ਕਰਨਾ ਮੈਨੂੰ ਲੱਗਦਾ ਬੈਕ ਟੂ ਨੇਚਰ ਜਾਣਾ ਜਿਹੜਾ ਅੱਜ ਦੀ ਜ਼ਿੰਦਗੀ 'ਚ ਬੜਾ ਕਠਿਨ ਹੈ। ਨਹੀਂ, ਪਰ ਹੋ ਸਕਦਾ। ਦੇਖੋ ਪੀਜ਼ਾ ਮਾੜਾ ਨਹੀਂ ਹੈਗਾ, ਤੁਸੀਂ ਦੇਖੋ ਪੀਜ਼ਾ ਮੈਂ ਇਹਦੇ ਖਿਲਾਫ ਨਹੀਂ ਹੈਗਾ, ਪੀਜ਼ਾ ਵੀ ਖਾਣਾ ਚਾਹੀਦਾ ਤੇ ਰੋਟੀ ਵੀ ਖਾਣੀ ਚਾਹੀਦੀ ਤੇ ਸਾਰਾ ਖਾਣਾ ਚਾਹੀਦਾ, ਠੀਕ ਹੈ ਨਾ। ਆਪਾਂ ਕੈਨੇਡਾ ਆਏ ਹਾਂ, ਆਪਾਂ ਪਿੱਛੇ ਬਿਲਕੁਲ ਪੰਜਾਬ ਆਕਣ ਨਹੀਂ ਰਹਿ ਸਕਦੇ, ਸਾਨੂੰ ਇੱਥੇ ਦੇ ਵੀ ਪੋਜ਼ਿਟਿਵ ਪੁਆਇੰਟ ਲੈਣੇ ਪੈਣਗੇ ਤੇ ਉੱਥੇ ਤੇ ਵੀ ਪੋਜ਼ਿਟਿਵ ਪੁਆਇੰਟ ਲੈਣੇ ਪੈਣਗੇ, ਕੰਬਾਈਨ ਕਰਕੇ ਜਿੱਦਾਂ ਬੈਸਟ ਜ਼ਿੰਦਗੀ ਤੋਂ ਬੈਸਟ ਅਸੀਂ ਜੀ ਸਕਦੇ ਹਾਂ ਉਹ ਅਸੀਂ ਜੀਵਾਂਗੇ, ਠੀਕ ਹੈ ਨਾ। ਜਿੱਦਾਂ ਕਿਹਾ ਉਹਨੇ ਭੈਣ ਜੀ ਨੇ ਕਿ ਇਹਨਾਂ ਨੇ ਬਾਹਰ ਦਾ ਖਾਣਾ ਬੰਦ ਕਰ ਦਿੱਤਾ, ਕਈ ਹੋਰ ਰੀਜ਼ਨ ਵੀ ਹੋ ਸਕਦੇ ਨੇ, ਕੀ ਪਤਾ ਫੈਮਿਲੀ ਇਕੱਠੇ ਹੋ ਕੇ ਬਹਿ ਕੇ ਖਾਣਾ ਖਾਂਦੀ ਹੋਏ। ਬਿਲਕੁਲ ਠੀਕ ਹੈ ਨਾ, ਇਹ ਕਿੰਨਾ ਇੰਪੋਰਟੈਂਟ ਹੈ। ਜੇ ਦੱਸੋ ਮੇਰਾ ਬੱਚੇ ਜਿਹੜੇ ਹੈਗੇ ਕੁਝ ਸਾਲ ਵਿੱਚ ਹੈਗੇ ਸਕੂਲ ਵਿੱਚ, ਉਹਦੇ ਬਾਅਦ ਯੂਨੀਵਰਸਿਟੀ ਚਲੇ ਜਾਣਗੇ, ਉਹਨਾਂ ਨੂੰ ਕੀ ਸਮਝ ਹੈ, ਉਹਦੇ ਬਾਅਦ ਚਲੇ ਗਏ ਤਾਂ ਯਾਰਾਂ ਦੋਸਤਾਂ ਨਾਲ ਰਹਿਣਾ। ਪਰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਵੀ ਵੈਲਿਡ ਪੁਆਇੰਟ ਹੈ ਕਿ ਕਲਚਰ ਅਸੀਂ ਸਿਖਾਉਣਾ ਆਪਣੇ ਬੱਚਿਆਂ ਨੂੰ। ਹਾਂਜੀ, ਕਲਚਰ ਅਸੀਂ ਸਿਖਾਉਣਾ। ਨੈਗੇਟਿਵਿਟੀ ਅਗਰ ਉਹਦੇ ਦਿਮਾਗ 'ਚ ਆ ਰਹੀ ਹੈ ਤਾਂ ਸਾਡੀ ਵਜ੍ਹਾ ਨਾਲ ਹੀ ਆ ਰਹੀ ਹੈ, ਅਸੀਂ ਕੰਟਰੀਬਿਊਟਰ ਹੈਗੇ। ਕਿਉਂਕਿ ਸਮਾਜ ਜਦੋਂ ਉਹ ਬਾਹਰ ਬੱਚਾ ਪੜ੍ਹਨ ਸਕੂਲ ਜਾਂਦਾ, ਕਾਲਜ ਜਾਂਦਾ ਜਾਂ ਕਿਤੇ ਹੋਰ ਸੁਸਾਇਟੀ ਦੇ ਵਿੱਚ ਜਾਂਦਾ ਤਾਂ ਉਹਦਾ ਰੰਗ ਬਾਅਦ ਦੇ ਵਿੱਚ ਚੜੇਗਾ, ਪਹਿਲਾਂ ਸਾਡੇ ਪਰਿਵਾਰ ਦਾ ਰੰਗ ਉਹਦੇ ਉੱਪਰ ਚੜੇਗਾ। ਅਗਰ ਉਹ ਪਰਿਵਾਰ 'ਚੋਂ ਸੁਖੀ ਹੈ ਤਾਂ ਬਾਹਰਲੀ ਕੋਈ ਤਾਕਤ ਨਹੀਂ ਜਿਹੜੀ ਉਹਨੂੰ ਤੰਗ ਕਰ ਸਕਦੀ ਹੈ। ਬਿਲਕੁਲ। ਔਰ ਇੱਕ ਬ੍ਰੇਕ ਦਾ ਸਮਾਂ ਹੋ ਚੱਲਿਆ, ਬ੍ਰੇਕ ਤੋਂ ਬਾਅਦ ਫਿਰ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹਦੇ ਕਰਕੇ ਉਹ ਸੁਸਾਈਡ ਕਮਿਟਡ ਬਾਰੇ ਸੋਚਦੇ ਆ ਉਹਦੇ ਬਾਰੇ ਚਰਚਾ ਕਰਦੇ ਆ। ਸੋ ਦਰਸ਼ਕੋ, ਅਗਰ ਤੁਹਾਡਾ ਵੀ ਸਵਾਲ ਹੋਇਆ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਬ੍ਰੇਕ ਤੋਂ ਬਾਅਦ, ਤੁਸੀਂ 905 790 9099 ਤੇ ਕਾਲ ਕਰ ਸਕਦੇ ਆ, ਆਪਣੇ ਸੁਝਾਅ, ਆਪਣੇ ਵਿਚਾਰ ਦੇ ਸਕਦੇ ਆ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਕਿਸਾਨ ਅਤੇ ਕਿਸਾਨੀ ਨਾਲ ਜੁੜੀ ਹਰ ਇੱਕ ਬਾਤ, ਕਿਵੇਂ ਕਰੀਏ ਕਿਸਾਨੀ ਨੂੰ ਕਾਮਯਾਬ, ਘੱਟ ਖਰਚ ਤੇ ਵੱਧ ਮੁਨਾਫਾ, ਕੀ ਹੈ ਰਾਜ, ਜ਼ਹਿਰ ਅਤੇ ਚਿੰਤਾ ਮੁਕਤ ਖੇਤੀ ਦੀ ਕੀ ਹੈ ਜੁਗਤ, ਧਰਤੀ ਦੇ ਪੁੱਤਾਂ ਦੇ ਕੀ ਨੇ ਤਜਰਬੇ, ਪਾਵਾਂਗੇ ਸਾਂਝ ਅੰਨਦਾਤਾ ਦੇ ਨਾਲ ਪ੍ਰੋਗਰਾਮ ਅੰਨਦਾਤਾ ਵਿੱਚ। ਫੁੱਲਾਂ ਵਰਗੀ ਜ਼ਿੰਦਗੀ, ਕਦੇ ਰੋਵਾਂ ਕਦੇ ਹੱਸਾਂ, ਕੁਝ ਐਦਾਂ ਦੀਆਂ ਨੇ ਸਾਡੇ ਕੈਨੇਡਾ ਦੀਆਂ ਸੱਥਾਂ। ਗੱਲ ਕਰਾਂਗੇ ਘਰ ਦੀ ਯਾਦ ਦਿਵਾਉਣ ਵਾਲੀ ਤੜਕੇ ਦੀ ਖੁਸ਼ਬੂ ਦੀ, ਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਰੂਬਰੂ ਕਰਵਾਉਂਦੀ ਸਟੂਡੈਂਟ ਲਾਈਫ ਦੀ। ਰਸਤਿਆਂ ਦੇ ਮੁਸਾਫਿਰ ਟਰੱਕ ਡਰਾਈਵਰਾਂ ਦੀ, ਤੇ ਦਿਲ ਨੂੰ ਬਹਿਲਾਉਣ ਵਾਲੀਆਂ ਬੀਬੀਆਂ ਦੀਆਂ ਨਿਵੇਕਲੀਆਂ ਗੱਲਾਂ ਦੀ। ਪ੍ਰੋਗਰਾਮ ਵਿਜ਼ਨ ਔਨ ਲੋਕੇਸ਼ਨ 'ਚ ਗੱਲ ਕਰਾਂਗੇ ਤੁਹਾਡੇ ਨਾਲ, ਤੁਹਾਡੇ ਬਾਰੇ ਔਰ ਤੁਹਾਡੇ ਹੀ ਦਰਬਾਰ 'ਚ। ਸੈਲੀਬ੍ਰਿਟੀਜ਼ ਦੀ ਜ਼ਿੰਦਗੀ ਦੇ ਅਣਛੂਹੇ ਪਲ, ਜਾਣਾਂਗੇ ਸਿਤਾਰਿਆਂ ਦੀ ਚਮਕਦੀ ਜ਼ਿੰਦਗੀ ਪਿਛਲੇ ਰਾਜ਼, ਕੁਝ ਗੱਲਾਂ ਸਟਰਗਲ ਦੀਆਂ, ਪਰ
ਕਰਾਂਗੇ ਕੁਝ ਮਸਤੀ ਸਿਤਾਰਿਆਂ ਦੇ ਨਾਲ। ਪ੍ਰੋਗਰਾਮ 10 ਸਟਾਰਸ ਵਿਦ ਰੋਸ਼ਨ ਪ੍ਰਿੰਸ, ਸਿਰਫ ਵਿਜ਼ਨ ਪੰਜਾਬ ਟੀਵੀ ਤੇ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਪ੍ਰੋਗਰਾਮ ਦਾ ਨਾਮ ਜੋ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ, ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ 7 ਤੋਂ 8 ਹੁੰਦਾ ਹੈ, ਔਰ ਹਰ ਰੋਜ਼ ਕੁਝ ਨਵਾਂ ਔਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਆ। ਔਰ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਵਿਸ਼ੇ ਵੀ ਨਵੇਂ ਹੋਣ ਔਰ ਮਹਿਮਾਨ ਵੀ ਨਵੇਂ ਹੋਣ, ਔਰ ਜਿਹਦਾ ਸਾਨੂੰ ਜ਼ਰੂਰਤ ਹੈ, ਜਿਹੜੀ ਚੀਜ਼ ਦੀ ਜ਼ਰੂਰਤ ਹੈ, ਲੋੜ ਹੈ ਅਵੇਅਰ ਹੋਣ ਦੀ, ਉਹ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ। ਅੱਜ ਉਸੇ ਲੜੀ ਦੇ ਵਿੱਚ ਸਾਡੇ ਕੈਨੇਡਾ ਦੇ ਵਿੱਚ ਜਿਹੜੇ ਸੁਸਾਈਡ ਦੀ ਗਿਣਤੀ ਵਧੀ ਹੈ, ਆਮ ਨਹੀਂ, ਸਟੂਡੈਂਟਸ ਦੇ ਵਿੱਚ ਜਾਂ ਯੰਗ ਜਨਰੇਸ਼ਨ ਦੇ ਵਿੱਚ, ਨੌਜਵਾਨਾਂ ਦੇ ਵਿੱਚ ਗਿਣਤੀ ਹੈ ਜਿਹੜੀ ਆ ਉਹ ਵੱਧ ਰਹੀ ਹੈ, ਜਾਂ ਸੁਸਾਈਡ ਜਾਂ ਖੁਦਕੁਸ਼ੀ ਵੱਲ ਕਿਉਂ ਜਾ ਰਿਹਾ, ਕਿਉਂ ਰੁਝਾਨ ਵੱਧ ਰਿਹਾ, ਉਹਦੇ ਉੱਪਰ ਅਸੀਂ ਚਰਚਾ ਕਰ ਰਹੇ ਹਾਂ। ਅਗਰ ਕੋਈ ਸਵਾਲ ਜਾਂ ਸੁਝਾਅ ਜਾਂ ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ ਤਾਂ 905 790 9099 ਦੇ ਉੱਪਰ ਤੁਸੀਂ ਕਾਲ ਕਰ ਲੈਣੀ ਹੈ। ਆਪਣਾ ਸੁਝਾਅ ਸਵਾਲ ਰੱਖ ਸਕਦੇ ਆ, ਵਿਚਾਰ ਰੱਖ ਸਕਦੇ ਆ। ਔਰ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਸਾਈਕੈਟ੍ਰਿਸਟ ਜੋ ਕਿ ਡਾਕਟਰ ਗੌਰਵ ਮਹਿਤਾ ਪਹੁੰਚੇ ਨੇ, ਉਹਨਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਫਿਰ ਤੋਂ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, 2-3 ਜਿਹੜੇ ਸਾਡੇ ਕਾਲਰਸ ਨੇ ਪੁਆਇੰਟਸ ਦਿੱਤੇ ਆ ਉਹਦੇ ਉੱਪਰ ਚਰਚਾ ਕਰਾਂਗੇ। ਮੈਂ ਪਹਿਲਾਂ ਇਹ ਤੁਹਾਡੇ ਕੋਲ ਜਿਹੜੇ ਸਟੈਟਸ ਹੈ ਤੁਸੀਂ 1-2 ਮਿੰਟ ਦੇ ਵਿੱਚ ਜ਼ਰੂਰ ਦੱਸੋ ਕਿ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਬੱਚੇ ਨੂੰ ਉਤੇਜਿਤ ਕਰਦੀਆਂ ਜਾਂ ਖਿੱਚ ਕੇ ਲਿਜਾਂਦੀਆਂ ਕਿ ਉਹ ਉਹਦੇ ਮਨ 'ਚ ਜਿਹੜੇ ਆ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ ਕਿ ਮੈਂ ਸੁਸਾਈਡ ਕਰਾਂ। ਜੀ ਠੀਕ ਹੈ ਜੀ, ਮੈਂ ਪਹਿਲੇ ਸਟੈਟਿਸਟਿਕ ਡਿਸਕਸ ਕਰਦਾ। ਦੇਖੋ ਲਾਈਫ ਟਾਈਮ ਦੀ ਆਪਾਂ ਜੇ ਗੱਲ ਕਰੀਏ 11 ਤੋਂ 12% ਲੋਕਾਂ ਦੀ ਜ਼ਿੰਦਗੀ 'ਚ ਇਹੋ ਜਿਹਾ ਟਾਈਮ ਆਉਂਦਾ ਹੈ ਜਦੋਂ ਉਹ ਸੁਸਾਈਡ ਦੇ ਬਾਰੇ ਸੋਚਦੇ ਨੇ ਜੀ। 11 ਤੋਂ 12 4% ਐਕਚੁਅਲੀ ਉਹਨਾਂ ਚੋਂ ਪਲਾਨ ਬਣਾਉਂਦੇ ਨੇ ਕਿ ਅਸੀਂ ਸੁਸਾਈਡ ਕਰਨਾ ਹੈ, ਔਰ 3% ਐਕਚੁਅਲੀ ਅਟੈਂਪਟ ਕਰਦੇ ਨੇ ਓਵਰ ਦਾ ਲਾਈਫ ਟਾਈਮ। ਠੀਕ ਹੈ ਨਾ, ਔਰ ਇਹ ਤੇ ਪੂਰੀ ਲਾਈਫ ਟਾਈਮ ਦੀ ਗੱਲ ਕੀਤੀ। ਜਦੋਂ ਸਟੈਟਿਸਟਿਕਸ ਕੀਤਾ ਸੀਗਾ 2016 ਦੇ ਵਿੱਚ, ਉਹਨਾਂ ਨੇ ਕਿਹਾ ਸੀ 2 ਤੋਂ 3% ਲੋਕਾਂ ਨੇ ਐਡਮਿਟ ਕੀਤਾ ਕਿ ਅਸੀਂ ਸੁਸਾਈਡ ਅਟੈਂਪਟ ਕੀਤਾ ਹੈ ਪਿਛਲੇ ਸਾਲ। ਠੀਕ ਹੈ ਨਾ, ਤੇ ਜਿਹੜੇ ਸਭ ਤੋਂ ਗਰੀਬ ਬੰਦੇ ਸੀਗੇ ਉਹਨਾਂ ਚੋਂ 7% ਉਹਨਾਂ ਨੇ ਕਿਹਾ ਕਿ ਅਸੀਂ ਸੁਸਾਈਡ ਬਾਰੇ ਸੋਚਿਆ ਸੀਗਾ। ਤੇ ਜਿਹੜੇ ਸਭ ਤੋਂ ਅਮੀਰ ਸੀਗੇ, ਜਿਹੜਾ ਆਪਾਂ ਗੱਲ ਕਰ ਰਹੇ ਸੀ ਨਾ ਇਨਸਟੈਂਟ ਦੇ ਪੈਸੇ ਦੀ ਵੀ, ਉਹਨਾਂ ਚੋਂ ਵੀ 3%। ਅੱਛਾ, ਉਹ ਵੀ 3% ਹੈਗੇ। ਬਿਕੋਜ਼ ਇਹ ਸਿਰਫ ਇਹ ਨਹੀਂ ਹੈਗਾ ਕਿ ਪੈਸਾ ਹੀ ਸਭ ਕੁਝ ਹੈਗਾ ਜਾਂ ਫਿਰ ਸਭ ਕੁਝ ਮਿਲ ਜਾਏ ਜਾਂ ਹੁੰਦਾ ਨਹੀਂ ਹੈ। ਜੇ ਆਪਾਂ ਫਿਰ ਗੱਲ ਕਰੀਏ ਸੁਸ਼ਾਂਤ ਸਿੰਘ ਦੀ, ਉਹਦੇ ਕੋਲ ਕੀ ਕਮੀ ਸੀਗੀ? ਉਹਦੇ ਕੋਲ ਸਾਰਾ ਕੁਝ ਸੀਗਾ, ਹੈ ਨਾ। ਪਰ ਹਰੇਕ ਦਾ ਆਪਣੇ ਆਪਣੇ ਸਰਕਮਸਟੈਂਸਸ ਹੁੰਦੇ। ਬਿਲਕੁਲ ਠੀਕ ਹੈ। ਪਰ ਸਾਡਾ ਜਿਹੜਾ ਅੱਜ ਅਸੀਂ ਜੋ ਵਿਸ਼ਾ ਇੱਕ ਫੋਕਸ ਦੇ ਵਿੱਚ ਚੌਕਟੇ 'ਚ ਰੱਖਿਆ, ਉਹ ਇਹ ਆ ਕਿ ਵੀ ਵਿਦਿਆਰਥੀ ਜਾਂ ਨੌਜਵਾਨ ਜਿਹੜਾ ਬੱਚਾ ਹੈ ਉਹ ਕੀ ਸੋਚ ਕੇ, ਉਹਦੇ ਮਨ 'ਚ ਕੀ ਭਾਵ ਹੁੰਦੇ ਆ ਕਿ ਵੀ ਮੈਂ ਖੁਦਕੁਸ਼ੀ ਕਰਾਂ। ਚਲੋ ਹੁਣ ਆਪਾਂ ਵਧਦੇ ਹਾਂ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ। ਹਾਂਜੀ, ਹੁਣ ਉਹਨਾਂ ਦੀ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਸਭ ਤੋਂ ਵੱਡੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਅੱਜ ਦੀ ਡੇਟ ਦੇ ਵਿੱਚ, ਜਿਹੜਾ ਬੱਚਾ 10ਵੀਂ ਦੇ ਵਿੱਚ ਹੈ ਜਾਂ 9ਵੀਂ ਦੇ ਵਿੱਚ ਆ, ਉਹਦੇ ਮਨ ਦੇ ਵਿੱਚ ਸਾਡੇ ਹੀ ਪਰਿਵਾਰਾਂ ਵੱਲੋਂ, ਸਾਡੇ ਹੀ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਇੱਕ ਗੱਲ ਕੁੱਟ-ਕੁੱਟ ਕੇ ਭਰ ਦਿੱਤੀ ਜਾਂਦੀ ਹੈ ਕਿ ਵੀ ਭਾਈ ਤੂੰ +2 ਕਰ ਲਾ, ਆਈਲੈਟਸ ਦੇਣੀ ਆ ਤੇ ਚੱਲ ਕੈਨੇਡਾ, ਚੱਲ ਇੰਗਲੈਂਡ, ਚੱਲ ਆਸਟ੍ਰੇਲੀਆ, ਇੱਕੋ ਹੀ ਚੀਜ਼ ਭਰੀ ਜਾਂਦੀ ਹੈ। ਔਰ ਜਦੋਂ ਬੱਚਾ +2 ਕਰਨ ਦੇ ਟਾਈਮ ਤੇ ਆਉਂਦਾ ਤੇ ਉਹ ਸ਼ੁਰੂਆਤ ਉਹਦੀ ਆਈਲੈਟਸ ਦੀ ਸ਼ੁਰੂ ਹੋ ਜਾਂਦੀ ਵੀ ਆਈਲੈਟਸ ਕਰਨਾ ਤੇ ਮੈਂ ਇੰਨੇ ਬੈਂਡ ਲੈਣੇ ਤੇ ਜਾਣਾ। ਹੁਣ ਇਹ ਪਹਿਲੇ ਨੰਬਰ ਤੇ ਪਹਿਲਾ ਸੁਪਨਾ ਉਹਦੇ 'ਚ ਸਿਰਜਿਆ ਜਾਂਦਾ। ਔਰ ਜਿੱਥੇ ਅਸੀਂ ਬੱਚੇ ਨੂੰ ਆਈਲੈਟਸ ਦੀ ਗੱਲ ਕਰਦੇ ਹਾਂ, ਹੋਰ ਵੀ ਬਹੁਤ ਚੀਜ਼ਾਂ ਕਰਨ ਲਈ ਹੈਗੀਆਂ
ਆਪਣੀ ਸਮਰੱਥਾ ਦੇ ਮੁਤਾਬਕ। ਜੇ ਤੁਸੀਂ ਸਮਰੱਥਾ ਦੇ ਵਿੱਚ ਹੈਗੇ ਹੋ ਤਾਂ ਸ਼ਾਇਦ ਆਈਲੈਟਸ ਕਰਵਾ ਕੇ ਕੈਨੇਡਾ ਭੇਜੋ ਤਾਂ ਕਿ ਤੁਸੀਂ ਕਰਜ਼ੇ ਦੇ ਬੋਝ ਹੇਠਾਂ ਨਾ ਆਓ ਔਰ ਬੱਚੇ ਨੂੰ ਵੀ ਨਾ ਇਹ ਚੀਜ਼ ਲੱਗੇ ਕਿ ਵੀ ਮੇਰੇ ਉੱਪਰ ਕਰਜ਼ਾ ਹੈ। ਦੂਜਾ ਨੰਬਰ ਆ ਜਾਂਦਾ ਇਮੀਗ੍ਰੇਸ਼ਨ ਦਾ। ਜਿਵੇਂ ਕਿ ਇੱਕ ਸਾਡੇ ਕਾਲਰ ਨੇ ਦੱਸਿਆ ਸੀ ਕਿ ਇਮੀਗ੍ਰੇਸ਼ਨ ਵਾਲੇ ਜਿਹੜੇ ਏਜੰਟ ਆ ਉਹ ਮਨ ਦੇ ਵਿੱਚ ਇੱਕ ਸੁਪਨਾ ਸਿਰਜ ਦਿੰਦੇ ਆ, ਬਣਾ ਦਿੰਦੇ ਆ ਕਿ ਵੀ ਉੱਥੇ ਜਾ ਕੇ ਤੂੰ ਡਾਲਰ ਇਕੱਠੇ ਕਰਕੇ ਤੇ ਬਸ ਇੱਧਰ ਭੇਜਣੇ ਆ। ਉੱਥੇ ਡਾਲਰ ਖਿੰਡੇ ਪਏ ਆ, ਉਹਨਾਂ ਨੂੰ ਖਿਲਰੇ ਹੋਏ ਡਾਲਰਸ ਨੂੰ ਇਕੱਠਾ ਕਰਨਾ, ਬੋਰੀ 'ਚ ਬੰਦ ਕਰਕੇ ਇੱਧਰ ਭੇਜੀ ਜਾਈ। ਇਹ ਮਨ 'ਚ ਉਹਦਾ ਭਾਵ ਆ ਗਿਆ। ਤੀਜੇ ਨੰਬਰ ਤੇ ਜਦੋਂ ਬੱਚਾ ਇੱਥੇ ਪਹੁੰਚ ਜਾਂਦਾ ਹੈ ਉਹਦਾ ਜਿਹੜਾ ਨਾ ਸਾਡੇ ਹੀ ਸਮਾਜ ਵੱਲੋਂ ਸਾਡੇ ਬੱਚੇ ਉੱਥੋਂ ਵੀ ਸਾਡੇ ਬੰਦਿਆਂ ਨੇ ਅਸੀਂ ਭੇਜਿਆ ਤੇ ਇੱਥੇ ਅਸੀਂ ਆ ਕੇ ਉਹਨਾਂ ਦਾ ਹੀ ਸ਼ੋਸ਼ਣ ਕਰਦੇ ਹਾਂ, ਲੁੱਟ ਖਸੁੱਟ ਕਰਦੇ ਹਾਂ ਅਸੀਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਬੱਚੇ ਨੂੰ ਤੰਗ ਕਰਦੀਆਂ। ਇੱਕ ਪਾਸੇ ਕਰਜ਼ੇ ਦਾ ਬੋਝ ਹੈ, ਫਿਰ ਸੁਪਨੇ ਜਿਹੜੇ ਸਿਰਜੇ ਗਏ ਸੀ ਸੁਪਨੇ ਪੂਰੇ ਨਜ਼ਰ ਨਹੀਂ ਹੁੰਦੇ ਦਿਖਦੇ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਿੰਨੇ ਕੁ ਮੈਨੂੰ ਪੁਆਇੰਟ ਨਜ਼ਰ ਆ ਰਹੇ ਆ ਜਿਹੜੇ ਕਾਲਰ ਨੇ ਦੱਸੇ ਉਹਦੇ ਉੱਪਰ ਚਰਚਾ ਕਰ ਰਹੇ ਆ। ਤਾਂ ਆ ਜਿਹੜੇ ਨੇ ਬਾਕੀ ਜੇ ਟੈਕਨੀਕਲੀ ਦੇਖਣਾ ਹੋਵੇ ਤਾਂ ਤੁਸੀਂ ਕੀ ਸਮਝਦੇ ਹੋ ਬੱਚੇ ਦੇ ਅੰਦਰ ਹੋਰ ਕੀ ਚੱਲਦਾ? ਟੈਕਨੀਕਲੀ ਫੀਅਰ ਆਫ ਫੇਲਿਅਰ। ਬੰਦਾ ਲੱਗਦਾ ਹੈ ਮੈਂ ਫੇਲ ਹੋ ਗਿਆ, ਮੈंने ਆਪਣੇ ਮਾਂ ਪਿਆਂ ਨੂੰ ਲੈਟ ਡਾਊਨ ਕਰ ਦਿੱਤਾ, ਉਹ ਕਿਸੇ ਨੂੰ ਮੂੰਹ ਦਿਖਾਣ ਕੀ ਕਹਿਣਗੇ, ਠੀਕ ਹੈ ਨਾ, ਵੀ ਸਾਡੀ ਤਾਂ ਨੱਕ ਵੱਡੀ ਗਈ, ਨੱਕ ਵੱਡੀ ਗਈ ਜਾਂ ਮੈਂ ਕਿਸ ਤਰ੍ਹਾਂ ਵਾਪਸ ਉਹਨਾਂ ਨੂੰ ਫੇਸ ਕਰਾਂਗਾ, ਠੀਕ ਹੈ ਨਾ। ਜੇ ਮੇਰੇ ਤੋਂ ਕਰਜ਼ਾ ਨਾ ਮੁੜਿਆ ਤਾਂ ਨਾ ਕਰਜ਼ਾ ਮੁੜੇਗਾ, ਬਾਪੂ ਕਿਧਰੋਂ ਮੁੜੇਗਾ, ਜ਼ਮੀਨ ਤੇ ਵਿਕ ਗਈ ਸਾਰੀ ਜੀ, ਠੀਕ ਹੈ ਨਾ। ਬਿਲਕੁਲ। ਤੇ ਅੱਛਾ ਪੜ੍ਹਾਈ ਦਾ ਪ੍ਰੈਸ਼ਰ, ਪੀਅਰ ਪ੍ਰੈਸ਼ਰ ਇੱਥੇ। ਅੱਛਾ ਸਭ ਤੋਂ ਵੱਡਾ ਕਲਚਰਲੀ ਅਡੈਪਟ ਕਰਨਾ ਕਿੰਨਾ ਔਖਾ ਹੈ। ਹਾਂ ਕੋਈ ਸ਼ੱਕ ਨਹੀਂ। ਅਸੀਂ ਆਨੇ ਆ ਇੰਡੀਆ ਤੋਂ, ਬਿਲਕੁਲ ਕੈਨੇਡੀਅਨ ਸਿਸਟਮ ਵਿੱਚ ਅਸੀਂ ਐਸੈਮੀਲੇਟ ਨਹੀਂ ਕਰ ਸਕਦੇ, ਉਹਨਾਂ ਨਾਲ ਇੱਕਦਮ ਮਿਲ ਜੁਲ ਕੇ ਇੱਕਦਮ ਨਹੀਂ ਰਹਿ ਸਕਦੇ। ਸਾਨੂੰ ਇਹਨਾਂ ਦੀ ਟਰਮੀਨੋਲੋਜੀ ਸਮਝਣ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਹੈ। ਬਿਲਕੁਲ ਸਹੀ, ਬਿਲਕੁਲ ਸਹੀ ਹੈ। ਹਾਲਾਂਕਿ ਅਸੀਂ ਮੈਚੁਰ ਹੁੰਨੇ ਆ ਔਰ ਜਿਹੜੇ ਸਾਡੇ ਇਹ ਬੱਚੇ ਨੇ ਮੈਚੁਰ ਵੀ ਨਹੀਂ ਹੁੰਦੇ। ਕਾਲ ਆ ਰਹੀ ਹੈ, ਫਿਰ ਉਸ ਤੋਂ ਬਾਅਦ ਚਰਚਾ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹੈਲੋ ਜੀ ਹੈਲੋ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੁਸੀਂ ਆਪਣਾ ਹਾਂਜੀ ਸਰ, ਮੈਂ ਸੁਣ ਲਿਆ। ਮੈਂ ਡਾਕਟਰ ਸਾਹਿਬ ਨਾਲ ਤੋਂ ਜਿਹੜੇ ਕਰ ਰਹੇ ਨੇ ਐਂਕਰ, ਉਹਨਾਂ ਨਾਲ ਗੱਲ ਕਰਨੀ ਚਾਹੁੰਦੀ ਸੀ। ਮੈਂ ਸੁਣ ਰਿਹਾ ਜੀ, ਤੁਹਾਡੀ ਆਵਾਜ਼ ਆ ਰਹੀ ਹੈ, ਦੱਸੋ। ਹਾਂਜੀ, ਮੈਂ ਅਮਰੀਕਾ ਤੋਂ ਬੋਲ ਰਹੀ ਹਾਂ, ਫਿਰੋਜ਼ੇ ਤੋਂ ਜੀ ਬਹੁਤ ਸਵਾਗਤ ਹੈ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਡਾਕਟਰ ਸਾਹਿਬ ਨੇ 2 ਵਾਰੀ ਮੈਂਸ਼ਨ ਕੀਤਾ ਕਿ ਸੁਸ਼ਾਂਤ ਰਾਜਪੂਤ ਨੇ ਖੁਦਕਸ਼ੀ ਕੀਤੀ ਹੈ। ਸਰ ਉਹਨੇ ਖੁਦਕਸ਼ੀ ਨਹੀਂ ਕੀਤੀ, ਉਹਦਾ ਮਰਡਰ ਕੀਤਾ ਗਿਆ ਹੈ। ਠੀਕ ਹੈ। ਬਹੁਤ ਮਸਲਾ ਵਿਸ਼ਾ ਹੈ ਨਾ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਬੱਚਾ ਬਹੁਤ ਇੰਟੈਲੀਜੈਂਟ ਸੀ, ਉਹਨੇ ਬਹੁਤ ਤਰੱਕੀ ਕਰਨੀ ਸੀ, ਉਹਨੂੰ ਉਹਦੇ ਡਾਕਟਰ ਨੇ ਸਰਕਾਰ ਨੇ ਮਰਵਾਇਆ ਹੈ। ਅੱਛਾ ਪ੍ਰੋਬਲਮ तो बहुत ज्यादा ने, अपने को टाइम भी घट है, और उन्होंने ब्रेन चो कर दो कि उस बेचारे ने खुदकशी नहीं की थी, उसको मर्डर करके फिर शो किया गया कि खुदकशी का केस है। बहुत किसी मस्ती ने मरवाया। बहुत रिया थी, उन्होंने लोगों ने उसकी फैमिली जो आ रहे थे। ठीक है। ਤੁਹਾਡਾ ਦਿਸ਼ਾ ਪਟਾਨੀ ਜਿਹੜੀ ਸੀ ਉਹਦੀ ਡੈਥ ਜਦੋਂ ਹੋਈ, ਉਹਨੇ ਸਾਰਾ ਕੁਝ ਸੁਸ਼ਾਂਤ ਨੂੰ ਦੱਸਿਆ। ਸੁਸ਼ਾਂਤ ਨੇ ਉਹ ਵੀ ਆਪਣੀ ਸਿਸਟਰ ਨੂੰ ਕਹਿਤਾ ਕਿ ਉਹਨੇ ਮੈਨੂੰ ਮਾਰਾਂਗੇ। ਉਹ ਮੁੰਡਾ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ, ਉਹਦੇ ਚਲੇ ਜਾਣ ਦਾ ਮੈਨੂੰ ਵੀ ਬਹੁਤ ਦੁੱਖ ਹੈ। ਜਦੋਂ ਡਾਕਟਰ ਸਾਹਿਬ ਨੂੰ ਦੱਸ ਦਿਓ ਕਿ ਮਰਡਰ ਕੇਸ ਆਇਆ ਜੀ, ਉਹਨੇ ਕੁਝ ਕਸ਼ੀ ਨਹੀਂ ਕੀਤੀ। ਤੁਹਾਡਾ ਵਿਚਾਰ ਪਹੁੰਚ ਗਿਆ ਔਰ ਮੈਂ ਤੁਹਾਨੂੰ ਇੱਕ ਤਾਕੀਦ ਕਰਦਾ, ਅਪੀਲ ਕਰਦਾ ਕਿ ਅਸੀਂ ਇਹ ਸੁਸ਼ਾਂਤ ਸਿੰਘ ਜਿਹੜਾ ਰਾਜਪੂਤ ਵਾਲਾ ਕੇਸ ਹੈ, ਇਹਦੇ ਉੱਪਰ ਵੀ ਇੱਕ ਦਿਨ ਅਸੀਂ ਵਿਸ਼ੇ ਦੇ ਉੱਪਰ ਕੰਮ ਕਰਨਾ ਔਰ ਇਹਦੇ ਉੱਪਰ ਅਸੀਂ ਖਾਸ ਜਿਹੜੇ ਕਿ ਜ਼ਰੂਰ ਦੇਖਾਂਗੇ, ਮੈਨੂੰ ਡੇਟ ਦੱਸਿਓ ਜੀ। ਬਿਲਕੁਲ ਬਿਲਕੁਲ। ਤੁਸੀਂ ਸਾਡੇ ਪ੍ਰੋਗਰਾਮ, ਮੈਂ ਤੁਹਾਨੂੰ ਫਿਰ ਬੇਨਤੀ ਕਰ ਪ੍ਰੋਗਰਾਮ ਦੇਖਿਆ ਕਰੋ ਜੀ, ਸਾਡੇ ਸਾਰੇ ਪ੍ਰੋਗਰਾਮ ਦੇਖਿਆ ਕਰੋ। ਬਹੁਤ ਦੇਖਦੀ ਹੈ ਰੀਜ਼ਨ ਟੀਵੀ, ਪਰ ਇਹ ਪ੍ਰੋਗਰਾਮ ਅੱਜ ਮੈਂ ਪਹਿਲੀ ਵਾਰੀ ਦੇਖਿਆ। ਅੱਛਾ ਚਲੋ, ਹੁਣ ਤੁਸੀਂ ਨਾ ਟਾਈਮ ਨੋਟ ਕਰ ਲਓ। ਸਾਡੇ ਟੋਰਾਂਟੋ ਟਾਈਮ ਜਿਹੜਾ 7 ਤੋਂ 8 ਪ੍ਰੋਗਰਾਮ ਸ਼ਾਮ ਨੂੰ। ਉਹ ਤਾਂ ਮੈਨੂੰ ਮੈਂ ਸਮਝ ਗਈ ਸੀ ਕਿ ਰਿਕਾਰਡਡ ਪ੍ਰੋਗਰਾਮ ਹੈ। 7 ਤੋਂ 8 ਤੁਸੀਂ ਕਿਹੜੇ ਵਾਰ ਕਰਦੇ ਹੋ, ਦਾ ਕੀ ਡੇ ਹੈ? ਸੋਮਵਾਰ ਤੋਂ ਲੈ ਕੇ ਵੀਰਵਾਰ ਨੂੰ ਅਸੀਂ ਇਹ ਪ੍ਰੋਗਰਾਮ 7 ਤੋਂ 8 ਟੋਰਾਂਟੋ ਟਾਈਮ ਲਾਈਵ ਹੁੰਦਾ। ਤੁਹਾਡਾ ਬਹੁਤ ਕੀਮਤੀ ਸਮਾਂ ਲਿਆ, ਮੈਂ ਵੀ ਐਵੇਂ ਕੋਈ ਗੱਲ ਨਹੀਂ। ਤੇ ਉਹ ਮੈਂ ਇਹੀ ਡਾਕਟਰ ਸਾਹਿਬ ਨੂੰ ਦੱਸਣਾ ਚਾਹੁੰਦੀ ਸੀ ਕਿ ਵਿਚਾਰੇ ਦਾ ਮਰਡਰ ਹੋਇਆ ਜੀ। ਬਹੁਤ ਸ਼ੁਕਰੀਆ ਤੁਹਾਡਾ, ਕਸ਼ੀ ਨਹੀਂ ਕੀਤੀ। ਜਾਣਕਾਰੀ 'ਚ ਵਾਧਾ ਕਰਨ ਲਈ ਸ਼ੁਕਰੀਆ ਤੁਹਾਡਾ ਜੀ।
ਸੋ ਡਾਕਟਰ ਸਾਹਿਬ ਤੁਸੀਂ ਹੁਣ ਇਹ ਨਹੀਂ ਕਹਿਣਾ ਕਿ ਉਹਨਾਂ ਨੇ ਸੁਸਾਈਡ ਕੀਤਾ अच्छा ਤੁਸੀਂ ਹੁਣ ਉਹਨਾਂ ਦੇ ਵਿਚਾਰ ਦੇ ਮੁਤਾਬਕ ਚੱਲਣਾ। ਮੈਂ ਮਜ਼ਾਕ ਦੀ ਗੱਲ ਨਹੀਂ, ਪਰ ਮੈਂ ਭੈਣ ਜੀ ਨੂੰ ਪੁੱਛਣਾ ਸੀਗਾ ਤੁਸੀਂ ਵੇਖ ਕੇ ਮਰਡਰ ਕੀਤਾ ਨਹੀਂ ਕੀਤਾ। ਇਹ ਨਾ ਇੱਕ ਬੜਾ ਓਪਨ ਜਿਹਾ ਵੋਕੇਟ ਹੈ, ਮੈਂ ਟੱਚ ਨਹੀਂ ਕਰਾਂਗਾ ਕਿਉਂਕਿ ਸਾਡਾ ਅੱਜ ਦਾ ਵਿਸ਼ਾ ਨਾ ਉਹ ਪੋਲਿਟਿਕਸ ਨਹੀਂ ਹੈ। ਉਹ ਬਿਲਕੁਲ ਉਹ ਪੋਲਿਟਿਕਸ ਨਹੀਂ ਹੈ। ਆਪਾਂ ਵਿਦਿਆਰਥੀਆਂ ਨੂੰ ਹੈਲਪ ਕਰਨ ਦੀ ਗੱਲ ਕਰਦੇ ਹਾਂ। ਅੱਛਾ, ਹੁਣ ਆਪਣਾ ਇਹ ਸਾਰਾ ਕੁਝ ਹੋ ਗਿਆ, ਕਰਜ਼ੇ ਦੀ ਵੀ ਗੱਲ ਕਰ ਲਈ, ਸ਼ੋਸ਼ਣ ਹੋ ਗਿਆ, ਇਮੀਗ੍ਰੇਸ਼ਨ ਦੇ ਸੁਫਰੇ ਹੋ ਗਏ, ਫਿਰ ਉਹਦੇ ਉੱਪਰ ਹੋਰ ਜਿਹੜੇ ਸਟ੍ਰੈਸ ਹੈ, ਜਿਵੇਂ ਉਹਨੇ ਘਰੇ ਆ ਕੇ ਰੋਟੀ ਵੀ ਪਕਾਉਣੀ ਹੈ ਬੱਚੇ ਨੇ, ਫਿਰ ਅਸਾਈਨਮੈਂਟ ਬਣਾਉਣੇ ਬਿਲਕੁਲ ਜੀ, ਕਾਲਜ ਦੀਆਂ ਕਲਾਸਿਸ ਵੀ ਲਾਉਣੀਆਂ, ਕੰਮ 20 ਘੰਟੇ ਕਰਨਾ, ਉਹਦੇ ਦੌਰਾਨ ਸਾਰਾ ਸਿਸਟਮ ਚੱਲਦਾ ਹੈ। ਤੁਸੀਂ ਸੋਲੂਸ਼ਨ ਜੇ ਦੱਸਣਾ ਚਾਹੋ ਤਾਂ ਕਿਹੜੇ ਸੋਲੂਸ਼ਨ ਹੈ? ਸੋਲੂਸ਼ਨ ਹੈਗੇ ਜੀ, ਦੇਖੋ ਇੱਕ ਤੇ ਬਿਲਕੁਲ ਜਿਹੜਾ ਹੈ ਹੈਲਪ ਮੰਗਣ ਤੋਂ ਸੰਗਣਾ ਨਹੀਂ ਚਾਹੀਦਾ, ਐਂਡ ਇਟ ਇਜ਼ ਓਕੇ ਟੂ ਐਕਸੈਪਟ ਫੇਲਿਅਰ, ਬਿਕੋਜ਼ ਮੈਂ ਕਈ ਵਾਰੀ ਕਹਾਂਗਾ, ਬਾਰ-ਬਾਰ ਕਹਾਂਗਾ, ਮੈਂ ਆਪਣਾ ਐਗਜ਼ਾਮਪਲ ਦਿਆਂਗਾ, ਲੋਕਾਂ ਦਾ ਐਗਜ਼ਾਮਪਲ ਦਿਆਂਗਾ। ਇੱਕ ਐਗਜ਼ਾਮ ਨਹੀਂ ਸਾਨੂੰ ਸਕਸੈਸਫੁਲ ਬਣਾਉਂਦਾ। ਜੀ ਕਾਲ ਹੋ ਰਿਹਾ ਹੈ, ਮਾਫ ਕਰਨਾ। ਨਹੀਂ ਬਹੁਤ ਵਧੀਆ ਗੱਲ ਹੈ। ਮੈਂ ਜੀ ਪ੍ਰੋਗਰਾਮ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਸੀ ਡਾਕਟਰ ਸਾਹਿਬ ਜੀ ਨੂੰ ਕਿ ਵੈਸੇ ਤਾਰੀਫ ਹੈ ਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਵਧੀਆ ਟੌਪਿਕ ਤੁਸੀਂ ਲੈ ਕੇ ਆਏ ਹੋ ਜੀ, ਆਹ ਵੀ ਟੌਪਿਕ ਬਹੁਤ ਸੋਹਣਾ ਜੀ। ਮੇਰਾ ਸਵਾਲ ਸੀ ਡਾਕਟਰ ਸਾਹਿਬ ਨੂੰ ਕਿ ਜਿੱਥੇ ਸੁਸਾਈਡ ਕਰਦੇ ਆ ਬੱਚੇ, ਇਹਦਾ ਹੌਸਲਾ ਜਾਂ ਜਿਹੜਾ ਕਿੱਦਾਂ ਪੈਂਦਾ ਇਹਦਾ ਮਨ ਦੇ ਵਿੱਚ? ਬੰਦਾ ਪਹਿਲਾਂ ਤਾਂ ਡਰਦਾ ਹੀ ਆ ਨਾ ਇੱਕ ਹਿਸਾਬ ਨਾਲ ਵੀ ਮੈਂ ਕੁਝ ਕਰਨ ਜਾ ਰਿਹਾ, ਬਹੁਤ ਵੱਡਾ ਸਟੈਪ ਲੈਣ ਜਾ ਰਿਹਾ, ਮੇਰੇ ਪਿਛਲੇ ਕੀ ਸੋਚਣਗੇ, ਕਿ ਇਹ ਸੋਚਦੇ ਵੀ ਆ ਕਿ ਨਹੀਂ ਸੋਚਦੇ? ਤਾਂ ਜਿਹੜਾ ਸੁਸਾਈਡ ਕਰਨ ਵਾਲਾ ਪਰਸਨ ਹੈ ਕੋਈ ਵੀ ਸੋਚਦਾ ਕਿ ਮੈਂ ਸੁਸਾਈਡ ਕਰਨ ਜਾ ਰਿਹਾ, ਮੇਰੇ ਪਿੱਛੇ ਜੋ ਵੀ ਰਹਿ ਗਿਆ ਪਰਸਨ ਉਹ ਕਿਵੇਂ ਸਰਵਾਈਵ ਕਰੂਗਾ, ਕਿਵੇਂ ਰਹੂਗਾ, ਜ਼ਿੰਦਗੀ ਕਿਵੇਂ ਬਤੀਤ ਕਰੂਗਾ? ਥੈਂਕ ਯੂ ਡਾਕਟਰ। ਬਹੁਤ ਸ਼ੁਕਰੀਆ ਕਾਲ ਕਰਨ ਲਈ, ਔਰ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ, ਉਹ ਪਹੁੰਚ ਗਿਆ ਡਾਕਟਰ ਸਾਹਿਬ। ਇਹਦੇ ਬਾਰੇ ਵੀ ਆਪਾਂ ਥੋੜਾ ਜਿਹਾ ਚਰਚਾ ਕਰ ਲਈਏ, ਫਿਰ ਉਸ ਤੋਂ ਬਾਅਦ ਸੋਲੂਸ਼ਨ ਸਾਡੇ ਕੋਲੇ 10 ਮਿੰਟ ਹੈ। ਬਿਲਕੁਲ ਜੀ, ਸੋਲੂਸ਼ਨ ਡਿਸਕਸ ਕਰਨੇ ਆ। ਬਿਲਕੁਲ ਜੀ, ਮੈਂ ਬੜਾ ਧੰਨਵਾਦ ਦੇਵਾਂਗਾ ਭਾਈ ਸਾਹਿਬ ਦਾ, ਬੜਾ ਚੰਗਾ ਸਵਾਲ ਕੀਤਾ ਹੈ। ਬਿਕੋਜ਼ ਲੋਕੀ ਸੋਚਦੇ ਹੈਗੇ, ਉਹ ਸੋਚਦੇ ਨੇ ਕਿ ਮੇਰੇ ਜੀਣ ਦੇ ਕੀ ਫਾਇਦੇ ਹੈਗੇ ਨੇ, ਮੇਰੇ ਮਰਨ ਦੇ ਕੀ ਫਾਇਦੇ ਨੇ। ਸਭ ਤੋਂ ਆਪਾਂ ਜਦੋਂ ਪੁੱਛਦੇ ਹਾਂ, ਰਿਸਕ ਅਸੈਸਮੈਂਟ ਕਰਦੇ ਹਾਂ ਨਾ, ਅਸੀਂ ਪੁੱਛਦੇ ਹਾਂ ਕਿ ਬਈ ਤੁਹਾਨੂੰ ਆਪਣਾ ਫਿਊਚਰ ਦਿਸਦਾ ਨਹੀਂ ਦਿਸਦਾ? ਜਦੋਂ ਕੋਈ ਬੰਦਾ ਕਹਿੰਦਾ ਨਾ ਮੈਨੂੰ ਤਾਂ ਫਿਊਚਰ ਦਿਖਦਾ ਹੀ ਨਹੀਂ, ਅੱਗੇ ਕੁਝ ਹੈ ਹੀ ਨਹੀਂ ਮੇਰੇ, ਤੇ ਉਹ ਫਿਰ ਫੇਵਰੇਬਲ ਨਹੀਂ ਹੈਗਾ। ਠੀਕ ਹੈ ਨਾ, ਬੰਦਾ ਕਈ ਵਾਰ ਸੋਚਦਾ ਤਾਂ ਹੀ ਫਾਇਲ ਆਉਂਦਾ ਨਾ, ਜਿਹੜਾ ਬੰਦੇ ਦੀ ਗੱਲ ਕਰੀਏ ਉਹਨੇ ਤਿਆਰੀ ਕੀਤੀ ਹੋਣੀ ਹੈ ਕਿ ਮੈਨੂੰ ਕੋਈ ਲੱਭੇ ਨਾ ਜਾਂ ਮੈਨੂੰ ਕੋਈ ਦੇਖੇ ਨਾ ਜਦੋਂ ਮੈਂ ਕਰ ਰਿਹਾ ਹੋਵਾਂ, ਜਾਂ ਮੇਰੀ ਲਾਸ਼ ਕਿਦਾਂ ਮਿਲੇ। ਜਾਂ ਕਈ ਵਾਰੀ ਲੋਕੀ ਸੁਸਾਈਡ ਨੋਟ ਲਿਖਦੇ ਨੇ, ਪੂਰੀ ਤਿਆਰੀ ਦੇ ਨਾਲ ਕਰਦੇ ਨੇ। ਠੀਕ ਹੈ ਨਾ, ਆਪਣਾ ਫੋਨ ਆਰਡਰ ਰੱਖ ਦਿੰਦੇ ਨੇ, ਜਾਂ ਦੇਖਦੇ ਨੇ ਕੋਈ ਘਰੇ ਹੈਗਾ ਨਹੀਂ, ਓਵਰਡੋਜ਼ ਵੀ ਲੈਂਦੇ ਨੇ, ਤੇ ਫਿਰ ਦੇਖਦੇ ਨੇ ਕੋਈ ਹੈਗਾ ਨਹੀਂ, ਕੋਈ ਸਾਨੂੰ ਕੋਈ ਹੱਥਾਂ ਨਾਲ ਲਿਜਾਏ, ਜਿਹੜੇ ਪੱਕੇ ਤੌਰ ਤੇ ਕਰਦੇ ਨੇ, ਜਿਹਨੂੰ ਆਪਾਂ ਕਹਿੰਦੇ ਨੇ ਕਿ ਸੁਸਾਈਡਲ ਪਲੈਨਿੰਗ। ਠੀਕ ਹੈ ਨਾ, ਮਤਲਬ ਉਹਨਾਂ ਨੇ ਪੂਰਾ ਮਨ ਬਣਾਇਆ ਹੁੰਦਾ, ਔਰ ਇੱਕ ਦਿਨ ਦੀ ਤਿਆਰੀ ਨਹੀਂ ਹੁੰਦੀ, ਉਹ ਕਈ ਦਿਨਾਂ ਤੋਂ ਤਿਆਰੀ ਚੱਲ ਰਹੀ ਹੁੰਦੀ ਹੈ। ਬਿਲਕੁਲ, ਜਿੱਦਾਂ ਮੈਂ ਕਿਹਾ ਨਾ ਕਿ 11 ਤੋਂ 12% ਲੋਕੀ ਸੋਚਦੇ ਨੇ, ਔਰ 4% ਪਲਾਨ ਬਣਾਉਂਦੇ ਨੇ, ਔਰ 3% ਕਰਦੇ ਨੇ। ਠੀਕ ਹੈ ਨਾ, ਤੇ 1/3 ਐਕਚੁਅਲੀ ਪਲਾਨ ਕਰਕੇ ਕਰਦੇ ਨੇ, ਔਰ ਸਕਸੀਡ ਵੀ ਹੁੰਦੇ ਨੇ ਜੀ। ਤੇ ਹੈਲਪ ਕਰਨ ਦੀ ਅਸੀਂ ਗੱਲ ਕਰ ਰਹੇ ਸੀਗੇ, ਇੱਕ ਤੇ ਬਿਲਕੁਲ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਸੰਗਣਾ ਨਹੀਂ ਚਾਹੀਦਾ, ਔਰ ਫੇਲਿਅਰ ਐਕਸੈਪਟ ਕਰ ਲੈਣਾ ਚਾਹੀਦਾ। ਔਰ ਫੇਲਿਅਰ ਨਾ ਦੀ ਕੋਈ ਹੈਗਾ ਨਹੀਂ, ਫੇਲਿਅਰ ਤੁਹਾਨੂੰ ਸਿਖਾ ਜਾਂਦਾ ਹੈ। ਮੈਂ ਆਪਣੇ ਤਜਰਬੇ ਤੋਂ ਦੱਸ ਸਕਦਾ ਕਿ ਜਿਹੜਾ ਫੇਲਿਅਰ ਸਿਖਾਉਂਦਾ ਤੁਹਾਨੂੰ, ਉਹ ਤੁਹਾਨੂੰ ਸਕਸੈਸ ਨਹੀਂ ਦਿੰਦੀ। ਜਿਹੜੀ ਹਾਰ ਤੁਹਾਨੂੰ ਸਿਖਾਉਂਦੀ ਹੈ ਨਾ, ਉਹ ਜਿੱਤ ਤੁਹਾਨੂੰ ਇੰਨਾ ਨਹੀਂ ਸਿਖਾਉਂਦੀ, ਤੁਹਾਨੂੰ ਬੈਟਰ ਪ੍ਰਿਪੇਅਰ ਕਰਦੀ ਹੈ। ਠੀਕ ਹੈ ਨਾ, ਤੁਹਾਡੀ ਜ਼ਿੰਦਗੀ 'ਚ ਹੋਰ ਰਸ ਆਉਂਦਾ ਹੈ, ਤੁਹਾਡੇ ਕਿਤੇ ਜਿੰਨੇ ਮਰਜ਼ੀ ਲੈ ਲਓ, ਤੰਦੂਲਕਰ ਦਾ ਐਗਜ਼ਾਮਪਲ ਲੈ ਲਓ, ਪਹਿਲੇ ਮੈਚ ਵਿੱਚ 0 ਬਣਾਏ ਸੀਗੇ ਉਹਨੇ। ਠੀਕ ਹੈ ਨਾ, ਤੇ ਕਈ ਖਿਡਾਰੀ ਹੁੰਦੇ ਨੇ ਪਹਿਲੇ ਮੈਚ ਸੈਂਚੁਰੀ ਬਣਾਉਂਦੇ ਡੈਬਿਊ ਤੇ, ਉਹ ਫਿਰ ਖੇਡਦੇ ਵੀ ਨਹੀਂ ਇੰਨਾ। ਬਿਲਕੁਲ ਸਹੀ। ਠੀਕ ਹੈ ਨਾ, ਬਿਲਕੁਲ ਸਹੀ। ਤੇ ਇਟ ਇਜ਼ ਨਾਟ ਲਾਈਕ ਦੈਟ ਕਿ ਜਿਹੜਾ ਪਹਿਲੇ ਕਰੇਗਾ ਉਹ ਜਿਹੜਾ ਇੰਸਟੈਂਟ ਮਿਲਦਾ ਜਾਏਗਾ। ਠੀਕ ਹੈ, ਮਿਲਦਾ ਹੈ, ਵੈਰੀ ਗੁੱਡ। ਠੀਕ ਹੈ ਨਾ, ਲੇਕਿਨ ਕੰਸਿਸਟੈਂਸੀ ਜ਼ਿੰਦਗੀ ਤੁਹਾਨੂੰ ਬਹੁਤ ਮੌਕੇ ਦਿੰਦੀ ਹੈ ਵੀਰ ਜੀ, ਬਹੁਤ ਜ਼ਿਆਦਾ ਮੌਕੇ ਦਿੰਦੀ ਹੈ। ਬਿਲਕੁਲ ਠੀਕ। ਠੀਕ ਹੈ ਨਾ, ਔਰ ਜ਼ਿੰਦਗੀ ਤੁਸੀਂ ਕਰਦੇ ਜਾਓ ਔਰ ਇੰਜੋਏ ਕਰਦੇ ਜਾਓ, ਔਰ ਜ਼ਿੰਦਗੀ ਕੋਈ ਜੰਗ ਨਹੀਂ ਹੈਗੀ, ਕੋਈ ਦੰਗਲ ਨਹੀਂ ਹੈਗਾ ਕਿ ਤੁਸੀਂ ਜਿੱਤਣਾ ਹੀ ਜਿੱਤਣਾ ਹੈ। ਠੀਕ ਹੈ, ਯੂ نو ਇੰਜੋਏ ਕਰਕੇ, ਜਿੱਦਾਂ ਆਪਾਂ ਕਹਿੰਦੇ ਆ ਕਿ ਬਈ ਕਰਦੇ ਰਹੋ। ਤੇ ਇੱਕ ਬੜਾ ਪ੍ਰੋਟੈਕਟਿਵ ਫੈਕਟਰ ਹੈਗਾ ਰਿਲੀਜਨ। ਠੀਕ ਹੈ ਨਾ, ਦੇਖਿਆ ਗਿਆ ਜਿਹੜੇ ਬੰਦੇ ਰਿਲੀਜੀਅਸ ਹੁੰਦੇ ਨੇ, ਧਰਮ ਦੇ ਵਾਲੇ ਹੁੰਦੇ ਨੇ, ਚੁੱਕੇ ਹੁੰਦੇ ਨੇ, ਉਹ ਘੱਟ ਸੁਸਾਈਡ ਕਰਦੇ ਹੈਗੇ। ਠੀਕ ਹੈ ਨਾ, ਜਿਹੜਾ ਫੈਮਿਲੀ ਸਪੋਰਟ ਜ਼ਿਆਦਾ ਹੁੰਦਾ ਹੈ, ਉਹ ਘੱਟ ਸੁਸਾਈਡ ਕਰਦੇ ਨੇ। ਠੀਕ ਹੈ, ਤੇ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਬਹੁਤ ਸਪੋਰਟ ਆਏਗਾ। ਤੇ ਮੈਂ ਹੈਲਪਲਾਈਨ ਵੀ ਦੱਸ ਸਕਦਾ, ਮੈਂ ਲੈ ਕਰਕੇ ਆਇਆ, ਇਹ ਗਵਰਨਮੈਂਟ ਦੀ ਵੈਬਸਾਈਟਸ ਹੈਗੀਆਂ, ਤੇ ਇੱਕ ਹੈਗੀ hopeforwellness.ca, HOPEFORWELLNESS.ca, ਇੱਕ kids help phone ca.ca ਵੀ ਹੈਗਾ, KIDSHELPPHONE.ca।
ਤੁਸੀਂ ਵੈਬਸਾਈਟ ਤੇ ਜਾਓ, ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੀ ਦੇ ਪੂਰੇ ਨੰਬਰ ਦਿੱਤੇ ਨੇ, ਤੁਸੀਂ ਆਪਣੇ ਲੋਕਲ ਹਸਪਤਾਲ ਕਰ ਸਕਦੇ ਹੋ। ਸਭ ਤੋਂ ਵਧੀਆ ਜਿਹੜੀ ਗੱਲ ਹੈ ਕਿ ਹਰ ਯੂਨੀਵਰਸਿਟੀ 'ਚ ਰੈਗੂਲੇਸ਼ਨ ਹੈਗਾ, ਤੁਹਾਨੂੰ ਮੈਂਟਲ ਹੈਲਥ ਕਾਉਂਸਲਿੰਗ ਉਪਲਬਧ ਹੈ। ਠੀਕ ਹੈ। ਉਹਨਾਂ 'ਚ ਮੋਸਟ ਆਫ ਦ ਯੂਨੀਵਰਸਿਟੀ 'ਚ ਤੁਹਾਨੂੰ ਸਾਈਕੈਟ੍ਰਿਸਟ ਰੈਫਰਲ ਆਊਟ ਆਫ ਦਾ ਟਰਨ ਦਿਸਦਾ ਹੈ। ਠੀਕ ਹੈ ਨਾ। ਯੂਨੀਵਰਸਿਟੀ ਆਫ ਟੋਰਾਂਟੋ ਜਿਹੜਾ ਹੈਗਾ UHN ਯੂਨੀਵਰਸਿਟੀ ਹੈਲਥ ਐਂਡ ਵਰਕ ਹੈ, ਉਹਨਾਂ ਦੇ ਕੈਂਪਸਾਂ ਵਿੱਚ ਸਪੈਸ਼ਲ ਸਾਈਕੈਟ੍ਰਿਸਟ ਨੇ ਜਿਹੜੇ ਸਟੂਡੈਂਟਸ ਦੀ ਹੀ ਸਾਈਕੈਟਰੀ ਜਾਂ ਕਾਉਂਸਲਿੰਗ ਕਰਦੇ ਹੈਗੇ ਨੇ। ਠੀਕ ਹੈ। ਠੀਕ ਹੈ ਨਾ। ਅੱਛਾ, ਸਭ ਤੋਂ ਵੱਡਾ ਹੈ ਕਿ ਬੱਚਿਆਂ ਨੂੰ ਚਾਹੀਦਾ ਨਸ਼ੇ ਵੱਲ ਨਾ ਝੁਕਣ। ਠੀਕ ਹੈ ਨਾ, ਬਿਕੋਜ਼ ਇਹ ਬੜੇ ਲੋਕੀ ਨੇ ਨਸ਼ੇ ਦਾ ਸਹਾਰਾ ਲੈ ਲੈਂਦੇ ਨੇ। ਜੀ। ਠੀਕ ਹੈ ਨਾ। ਉਸ ਨਸ਼ੇ ਦੀ ਕਈ ਵਾਰੀ ਆੜ ਦੇ ਵਿੱਚ ਸ਼ਾਇਦ ਉਹ ਥੋੜਾ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦੇ ਸੁਸਾਈਡ ਲਈ ਵੀ। ਜੀ, ਇਹ ਵੀ ਕਹਿ ਸਕਦੇ ਜੀ, ਬਿਲਕੁਲ। ਜਿਹਨੂੰ ਆਪਾਂ ਓਵਰਡੋਜ਼ ਕਹਿੰਦੇ ਆ। ਬਿਲਕੁਲ ਓਵਰਡੋਜ਼। ਇੱਕ ਹੁੰਦੀ ਓਵਰਡੋਜ਼ ਜਿਹੜਾ ਬੰਦੇ ਕਹਿੰਦੇ ਨੇ ਕਿ ਮੈਂ ਸ਼ਰਾਬ ਦੇ ਨਾਲ ਗੋਲੀਆਂ ਲੈ ਲਈਆਂ। ਠੀਕ ਹੈ ਨਾ। ਇੱਕ ਹੁੰਦੀ ਐਕਸੀਡੈਂਟਲ ਓਵਰਡੋਜ਼, ਜਿਹਨਾਂ ਹੈਰੋਇਨ ਜਾਂ ਚਿੱਟਾ ਹੁੰਦਾ ਹੈ, ਉਹਦੀ ਐਕਸੀਡੈਂਟ ਜਦ ਜ਼ਿਆਦਾ ਲਾ ਲੇ ਡੋਜ਼, ਬੰਦਾ ਖਤਮ ਹੋ ਜਾਂਦਾ। ਬਿਲਕੁਲ ਸਹੀ ਹੈ। ਸੋ ਡਾਕਟਰ ਸਾਹਿਬ, ਇਹ 2-3 ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਇਹ ਬੜੀਆਂ ਅਹਿਮ ਹੈ ਔਰ ਬੜੀਆਂ ਜ਼ਰੂਰੀ ਹੈ। ਪਰ ਜੇ ਹੁਣ ਸਟੂਡੈਂਟਸ ਤੋਂ ਬਾਅਦ ਦੀ ਗੱਲ ਕਰੀਏ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਰਹਿੰਦੇ ਹੋਏ ਸਾਡੇ ਬੱਚਿਆਂ ਨੂੰ ਨਾ ਇੱਕ ਗੱਲ ਸਿਖਾਈ ਜਾਂਦੀ ਹੈ ਜਿਹੜੀ ਕਿ ਬੜੀ ਮੇਰੇ ਮੁਤਾਬਕ ਬੜੀ ਗਲਤ ਹੋ ਸਕਦਾ, ਮੇਰੇ ਵਿਚਾਰ ਨਾਲ ਦਰਸ਼ਕ ਸਹਿਮਤ ਨਾ ਹੋਣ ਔਰ ਤੁਸੀਂ ਵੀ। ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣੇ ਆ ਕਿ ਵੀ ਭਾਈ ਸਾਹਿਬ ਤੇਰੇ 90-95% ਨੰਬਰ ਆਉਣੇ ਚਾਹੀਦੇ ਆ। ਜੇ ਤੇਰੇ 90-95% ਨੰਬਰ ਨਹੀਂ ਆਉਂਦੇ ਤਾਂ ਬੰਦਾ ਨਹੀਂ ਹੈਗਾ ਤੂੰ ਬੰਦਾ ਨਹੀਂ ਹੈ, ਤੂੰ ਤੇਰਾ ਜਿਉਣ ਦਾ ਕੋਈ ਅਧਿਕਾਰ ਨਹੀਂ ਹੈ। ਮਤਲਬ ਇਨਡਾਇਰੈਕਟਲੀ ਅਸੀਂ ਕਹਿ ਰਹੇ ਹੁੰਨੇ ਆ। ਬਿਲਕੁਲ, ਹੈ ਨਾ। ਤੂੰ ਫੇਲਿਅਰ ਹੈ। ਹਾਂ, ਔਰ ਜੇ ਤੂੰ ਡਾਕਟਰ, ਵਕੀਲ ਜਾਂ ਇੰਜੀਨੀਅਰ ਜਾਂ ਇਸ ਤੋਂ ਵੱਡਾ ਕੋਈ ਹੋਰ ਅਹੁਦੇ ਤੇ ਬੈਠਣ ਵਾਲਾ ਨਹੀਂ ਬਣਿਆ ਤੂੰ ਬੰਦਾ ਨਹੀਂ ਹੈ। ਠੀਕ ਹੈ। ਇਹ ਚੀਜ਼ਾਂ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੁੱਟ-ਕੁੱਟ ਕੇ ਭਰ ਰਹੇ ਹਾਂ ਔਰ ਆਪਣੇ ਬੱਚਿਆਂ ਨੂੰ ਅਸੀਂ ਇਨਸਾਨ ਨਹੀਂ ਬਣਾ ਰਹੇ, ਰੋਬੋਟ ਬਣਾ ਰਹੇ ਹਾਂ। ਅਸੀਂ ਉਹਦੇ ਦਿਮਾਗ ਦੇ ਵਿੱਚ ਰੋਬੋ ਸਾਇੰਸ ਭਰ ਰਹੇ ਹਾਂ ਕਿ ਤੂੰ ਇਸ ਤਰੀਕੇ ਦੇ ਨਾਲ ਸਕਸੈਸ ਹਾਸਲ ਕਰਨੀ ਆ, ਤੇਰੇ ਇਮੋਸ਼ਨ ਕੁਝ ਨਹੀਂ ਹੋਣੇ ਚਾਹੀਦੇ। ਮਤਲਬ ਇਨਡਾਇਰੈਕਟਲੀ ਅਸੀਂ ਕਹਿ ਰਹੇ ਹੁੰਨੇ ਆ। ਹੋ ਸਕਦਾ ਉਹਨੂੰ ਅਸੀਂ ਪਿਆਰ ਕਰਕੇ ਇਹ ਗੱਲ ਸਮਝਾਉਂਦੇ ਹੋਈਏ, ਪਰ ਇਨਡਾਇਰੈਕਟਲੀ ਕਹਿ ਰਹੇ ਹੁੰਨੇ ਆ ਕਿ ਕੋਈ ਜੇ ਅੱਜ ਕੋਈ ਬੱਚਾ ਜੇ ਅਗਰ 10ਵੀਂ ਚੋਂ ਜਾਂ 8ਵੀਂ ਚੋਂ ਫੇਲ ਹੋ ਜਾਂਦਾ ਹੈ ਕਿ ਉਹਦਾ ਜਿਉਣ ਦਾ ਕੋਈ ਅਧਿਕਾਰ ਨਹੀਂ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਸਾਡੇ ਪਰਿਵਾਰਾਂ 'ਚ ਔਰ ਸਾਨੂੰ ਵੀ ਇਹ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਕਿ ਅਸੀਂ ਬੱਚੇ ਨੂੰ ਉਹਦੇ ਉੱਪਰ ਉਨਾ ਕੀ ਬੋਝ ਪਾਈਏ ਜਿੰਨਾ ਕੋਈ ਝੱਲ ਸਕੇ। ਜਦੋਂ ਆਪਾਂ ਬਹੁਤੀ ਵਾਰੀ ਪੜ੍ਹਦੇ ਆ ਨਾ ਕੋਈ ਬਾਕਸਿਸ ਹੁੰਦੇ ਆ ਜਾਂ ਆਪਾਂ ਐਲੀਵੇਟਰ ਯੂਜ਼ ਕਰਦੇ ਆ ਤਾਂ ਉਹਦੇ ਉੱਪਰ ਲਿਖਿਆ ਹੁੰਦਾ ਵੀ ਤੁਸੀਂ ਇੰਨੇ ਜਿਹੜਾ ਟਨ ਹੈ ਜਾਂ ਇੰਨੇ ਤੁਸੀਂ ਪੌਂਡ ਇਹਦੇ ਉੱਪਰ ਵਜ਼ਨ ਪਾਉਣਾ ਹੈ। ਕਰੈਕਟ। ਜਦੋਂ ਉੱਪਰ ਜ਼ਿਆਦਾ ਵਜ਼ਨ ਪਾਵਾਂਗੇ ਉਹ ਟੁੱਟ ਵੀ ਜਾਂਦਾ ਤੇ ਵਿਦਿਆਰਥੀ ਵੀ ਇੱਥੇ ਟੁੱਟਦਾ ਹੈ, ਨੌਜਵਾਨ ਪੀੜ੍ਹੀ ਵੀ ਇੱਥੇ ਟੁੱਟਦੀ ਹੈ ਜਦੋਂ ਉੱਪਰ ਜ਼ਿਆਦਾ ਬੋਝ ਪਾਉਣੇ ਆ। ਤੁਸੀਂ ਸਾਡੇ ਪੇਰੈਂਟਸ ਨੂੰ, ਸਾਡੇ ਪਰਿਵਾਰਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ? ਮੈਂ 100% ਤੁਹਾਡੇ ਨਾਲ ਐਗਰੀ ਕਰਦਾ। ਬਹੁਤ ਹੀ ਅਸੀਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੈ। 3 ਸਾਲ ਦੇ ਬੱਚੇ ਨੂੰ ਸਿਖਾ ਦਿੰਦੇ ਆ ਕਿ ਬੱਚਾ ਵੱਡੇ ਹੋ ਕੇ ਕੀ ਬਣੋਗੇ, ਇਹ ਡਾਕਟਰ। ਉਹਨੂੰ ਪਤਾ ਨਹੀਂ ਉਹ ਡਾਕਟਰ ਕੀ ਕਰਦਾ ਹੈ। ਠੀਕ ਹੈ ਨਾ। ਡਾਕਟਰ ਹੀ ਹੈਗਾ ਕੀ ਹੈਗਾ ਕੀ ਨਹੀਂ ਹੈਗਾ। ਉਹਨੂੰ ਸਿਖਾਤਾ ਕਿ ਡਾਕਟਰ ਬਣਨਾ ਵੱਡੇ ਹੋ ਕੇ ਜਾਂ ਇੰਜੀਨੀਅਰ ਬਣਨਾ ਹੈ। ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ। ਔਰ ਤੁਸੀਂ ਠੀਕ ਕਿਹਾ ਕਿ ਇੰਨੇ % ਨਾਲ ਕੁਝ ਨਹੀਂ ਹੁੰਦਾ। ਤੁਹਾਨੂੰ 10ਵੀਂ ਦੇ % ਦੇ ਨੰਬਰ ਯਾਦ ਵੀ ਨਹੀਂ ਹੋਣਗੇ, 12ਵੀਂ ਦੇ ਨੰਬਰ ਯਾਦ ਵੀ ਨਹੀਂ ਹੋਣਗੇ। ਜਦੋਂ ਇੰਨੀ ਸਾਰੀਆਂ ਡਿਗਰੀਆਂ ਨੇ, ਉਹਦੇ ਬਾਅਦ ਇੰਨੇ ਸਾਰੇ ਕੋਰਸਿਸ ਨੇ, ਉਹਦੇ ਬਾਅਦ ਯਾਦ ਹੀ ਨਹੀਂ ਰਹਿਣਾ। ਠੀਕ ਹੈ ਨਾ। ਔਰ ਜਿੰਨੇ ਦੇਖੋ ਇੰਨੇ ਕਾਮਯਾਬ ਲੋਕ ਨੇ, ਇਹ ਸਿਰਫ ਇੱਕ ਕਿਤਾਬ ਦੀ ਪੜ੍ਹਾਈ ਥੋੜੀ ਹੈਗੀ। ਜਾਂ ਕਿਤਾਬ ਦੀ ਪੜ੍ਹਾਈ ਹੈਗੀ ਵੀ ਇੰਪੋਰਟੈਂਟ ਹੈਗੀ, ਮੈਂ ਇਹ ਮਨਾ ਨਹੀਂ ਕਰ ਰਿਹਾ, ਲੇਕਿਨ ਇਹ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਨੇ, ਹੋਰ ਵੀ ਟਾਈਮ ਹੋ ਸਕਦਾ ਹੈ। ਜਾਂ ਜਿਹਨੂੰ ਆਪਾਂ ਕਹਿੰਦੇ ਆ ਕਿ ਬਿਲਕੁਲ ਜਿੱਦਾਂ ਮਜ਼ਬੂਤੀ ਨਾਲ, ਜਿਹਨੂੰ ਰੈਜ਼ੀਲੀਅੰਸ ਕਹਿੰਦੇ ਆ ਆਪਾਂ ਅੰਗਰੇਜ਼ੀ 'ਚ, ਉਹ ਵੀ ਡਿਵੈਲਪ ਕਰ ਸਕਦੇ ਹਾਂ। ਸੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਬੜੇ ਕਿਉਂਕਿ ਇਹ ਅੱਜ ਇੱਥੇ ਹੀ ਵਿਸ਼ਾ ਖਤਮ ਨਹੀਂ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੀ ਰਿਸਰਚ ਕਰਕੇ ਹੋਰ ਤੁਹਾਡੇ ਵਿਚਾਰ ਆ ਜਿਹੜੇ ਦਰਸ਼ਕਾਂ ਤੱਕ ਪਹੁੰਚਾਵਾਂਗੇ, ਕਿਉਂਕਿ ਬਹੁਤ ਵੱਡਾ ਵਿਸ਼ਾਲ ਦਾਇਰਾ ਹੈ ਇਸ ਦਾ। ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਚਰਚਾ ਕਰਾਂਗੇ। ਅੱਜ ਲਈ ਤੁਹਾਡਾ ਸ਼ੁਕਰੀਆ, ਤੁਸੀਂ ਟਾਈਮ ਕੱਢ ਕੇ, ਕਿਉਂਕਿ ਜੇ ਮਾਫ ਕਰਨਾ ਸੁਸ਼ਾਂਤ ਸਿੰਘ ਦੀ ਜਿਹੜੀ ਮੌਤ ਹੋਈ ਹੈ ਉਹ ਖੁਦਕੁਸ਼ੀ ਸੀ ਜਾਂ ਉਹਦਾ ਮਰਡਰ ਸੀ, ਉਹਦੇ ਬਾਰੇ ਅਸੀਂ ਅੱਜ ਨਹੀਂ ਚਰਚਾ ਕੀਤੀ। ਦਰਸ਼ਕਾਂ ਨੂੰ ਵੀ ਦੱਸ ਦੇਵਾਂ ਜਿਨ੍ਹਾਂ ਦੀ ਕਾਲ ਆਈ ਸੀ ਕਿ ਡਾਕਟਰ ਸਾਹਿਬ ਇੰਨੇ ਕੁ ਜ਼ਿਆਦਾ ਬਿਜ਼ੀ ਹੈ, ਇਹਨਾਂ ਕੋਲੇ ਸਿਰ ਖੁਰਕਣ ਦੀ ਵੇਲ ਨਹੀਂ ਹੁੰਦੀ ਤੇ ਟਾਈਮ ਚੋਂ ਟਾਈਮ ਕੱਢ ਕੇ ਤੁਹਾਡੇ ਲਈ, ਸਾਡੇ ਲਈ ਇੱਕ ਸੇਵਾ ਦਾ ਕੰਮ ਕਰਨ ਲਈ ਕੁਝ ਚੀਜ਼ਾਂ ਦੱਸਣ ਲਈ ਆਉਂਦੇ ਨੇ। ਤੇ ਮੈਨੂੰ ਨਹੀਂ ਲੱਗਦਾ ਵੀ ਇਹ ਸੁਸ਼ਾਂਤ ਹੋਣਾ ਜਾਂ ਬਾਲੀਵੁੱਡ ਦੀ ਨਿਊਜ਼ ਵਗੈਰਾ ਵੀ ਦੇਖਦੇ ਹੋਣ। ਨਹੀਂ, ਮੈਂ ਦੇਖਦਾ, ਮੈਂ ਫੋਲੋ ਵੀ ਕੀਤੀ ਹੈ। ਉਹਨੇ ਏਮਸ ਦੇ ਡਾਕਟਰਸ ਨੇ ਕਿਹਾ ਹੈ ਕਿ ਇਹ ਸੁਸਾਈਡ ਸੀਗਾ। ਅੱਛਾ,
एम्स ਦੇ ਡਾਕਟਰਸ ਨੇ ਸਰਟੀਫਾਈ ਕਰ ਦਿੱਤਾ ਹੈ ਕਿ ਸੁਸਾਈਡ ਸੀਗਾ। ਚਲੋ ਮੈਂ ਸਟੇਟਮੈਂਟ ਦੇਣ ਤੋਂ ਪਹਿਲਾਂ ਮੈਂ ਪੂਰਾ ਪੜ੍ਹ ਕੇ ਰਿਸਰਚ ਕਰਕੇ ਆਇਆ। ਇਹਦੇ ਬਾਰੇ ਵੀ ਡਾਕਟਰ ਸਾਹਿਬ ਬਿਲਕੁਲ ਕਰਾਂਗੇ। ਭੈਣ ਜੀ ਮੈਂ ਭੈਣ ਜੀ ਨੂੰ ਬਲੇਮ ਨਹੀਂ ਕਰ ਰਿਹਾ, ਬਿਕੋਜ਼ ਉਹਨਾਂ ਦੇ ਦਿਲ 'ਚ ਇੱਕ ਜਾਇਜ਼ ਸਵਾਲ ਹੈ, ਠੀਕ ਹੈ ਨਾ, ਮੈਂ ਉਹਦੀ ਰਿਸਪੈਕਟ ਕਰਦਾ। ਆਪਾਂ ਉਹਦੇ ਬਾਰੇ ਕਿਸੇ ਦਿਨ ਨਾ ਡਾਕਟਰ ਸਾਹਿਬ ਸਪੈਸ਼ਲੀ ਟਾਈਮ ਲਾਉਣਾ, ਬਿਲਕੁਲ ਕਰਾਂਗੇ। ਤੇ ਅੱਜ ਲਈ ਤੁਹਾਡਾ ਸ਼ੁਕਰੀਆ, ਔਰ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ ਲਈ ਫਿਰ ਅੱਜ ਤੋਂ ਹੀ ਸੱਦਾ ਪੱਤਰ ਦੇ ਰਹੇ ਹਾਂ ਕਿ ਤੁਸੀਂ ਟਾਈਮ ਕੱਢ ਰਹੇ ਹੋ। ਬਿਲਕੁਲ ਆਵਾਂਗੇ। ਸੋ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ। ਔਰ ਇੱਕ ਦੋ ਜਿਹੜੇ ਨੁਕਤੇ ਨੇ ਜਿਹੜੇ ਡਾਕਟਰ ਸਾਹਿਬ ਨੇ ਦੱਸੇ ਨੇ ਜਾਂ ਤੁਹਾਡੀਆਂ ਕਾਲਸ ਆਈਆਂ ਉਹਦੇ ਸੰਬੰਧਿਤ ਇੱਕ ਦੋ ਜਿਹੜੇ ਨੁਕਤੇ ਸਾਹਮਣੇ ਆਏ ਆ ਮੰਥਨ ਕਰਨ ਤੋਂ ਬਾਅਦ, ਉਹ ਇਹ ਹੈ ਕਿ ਵੀ ਜੇ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਰਹਿ ਰਹੇ ਹਾਂ ਤਾਂ ਸਾਡਾ ਜੋ ਲਾਈਫ ਸਟਾਈਲ ਹੈ, ਅਸੀਂ ਆਪਣੇ ਬੱਚਿਆਂ ਦੇ ਉੱਪਰ ਉਨਾ ਕੀ ਬੋਝ ਲੱਦੀਏ, ਬੋਝ ਸਾਡੀਆਂ ਉਮੀਦਾਂ ਦਾ ਬੋਝ ਹੈ ਉਨਾ ਕੀ ਲੱਦੀਏ ਜਿੰਨਾ ਕੋ ਝੱਲ ਸਕਣ। ਇਹ ਨਹੀਂ ਕਿ ਵੀ ਭਾਈ ਤੂੰ ਜੇ ਡਾਕਟਰ ਹੀ ਬਣਨਾ ਜਾਂ ਤੂੰ ਵਕੀਲ ਬਣਨਾ ਜਾਂ ਇੰਜੀਨੀਅਰ ਬਣਨਾ, ਬਹੁਤ ਸਾਰੇ ਹੋਰ ਕਿੱਤੇ ਨੇ, ਉਹ ਪਲੰਬਰ, ਇਲੈਕਟ੍ਰੀਕਲ ਜਾਂ ਫੋਟੋਗ੍ਰਾਫਰ ਵੀ ਬਣ ਸਕਦਾ ਹੈ, ਉਹਦੇ ਆਪਣੇ ਸ਼ੌਕ ਨੇ, ਉਹਨੂੰ ਆਪਣੇ ਸ਼ੌਕ ਵੀ ਪੂਰੇ ਕਰਨ ਦਿਓ। ਪਰ ਤੁਹਾਡੀ ਪਰਵਰਿਸ਼ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹਦਾ ਐਟੀਟਿਊਡ ਜਾਂ ਉਹਦਾ ਲਾਈਫ ਸਟਾਈਲ ਇੰਨਾ ਕੁ ਸਾਦਾ ਹੋਵੇ ਕਿ ਤੁਹਾਡੀ ਰਿਸਪੈਕਟ ਆਲਵੇਜ਼ ਕਰਦਾ ਰਹੇ, ਉਹ ਬੰਦਿਆਂ ਨੂੰ ਬੰਦਾ ਸਮਝੇ, ਰੋਬੋਟ ਨਾ ਬਣੇ। ਇੱਕ ਤਾਂ ਇੱਥੋਂ ਵਾਲੇ ਸਟੂਡੈਂਟਸ ਬਾਰੇ ਇਹ ਨੁਕਤਾ ਨਿਕਲਿਆ। ਦੂਜਾ ਜਿਹੜਾ ਇਹ ਕਿ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਅਗਰ ਤੁਸੀਂ ਕਿਸੇ ਵੀ ਤੁਹਾਨੂੰ ਲੱਗਦਾ ਕਿ ਬਹੁਤ ਬੋਝ ਦੇ ਵਿੱਚੋਂ, ਤੁਸੀਂ ਡਾਕਟਰ ਸਾਹਿਬ ਨੇ ਨੰਬਰ ਜਿਹੜੇ ਅਨਾਉਂਸ ਕੀਤੇ ਆ, ਤੁਸੀਂ ਦੁਬਾਰਾ ਪ੍ਰੋਗਰਾਮ ਸੁਣ ਕੇ ਵੀ ਦੇਖ ਸਕਦੇ ਹੋ। ਜੇ ਤੁਹਾਨੂੰ ਲੱਗ ਰਿਹਾ ਬੋਝ ਆ, ਕਰਜ਼ੇ ਦਾ ਬੋਝ ਆ, ਤੁਹਾਡਾ ਸ਼ੋਸ਼ਣ ਹੋ ਰਿਹਾ, ਤੁਹਾਨੂੰ ਲੱਗ ਰਿਹਾ ਕਿ ਸਾਡੇ ਨਾਲ ਧੱਕਾ ਹੀ ਹੋ ਰਿਹਾ, ਸਾਡੀ ਜ਼ਿੰਦਗੀ ਬੇਕਾਰ ਹੈ, ਤਾਂ ਤੁਸੀਂ ਇਹ ਫੈਸਲਾ ਨਾ ਲਓ ਕਿ ਵੀ ਅਸੀਂ ਖੁਦਕੁਸ਼ੀ ਜਾਂ ਇਹੋ ਜਿਹਾ ਕੁਝ ਕਰਨਾ ਹੈ। ਬਹੁਤ ਸਾਰੇ ਹੋਰ ਸੋਲੂਸ਼ਨ ਨੇ, ਉਹਨਾਂ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਤੇ ਇੱਕ ਗੱਲ ਹੋਰ, ਜਿਹੜੇ ਕਿ ਇਹਨਾਂ ਦੇ ਵਿਦਿਆਰਥੀਆਂ ਦੇ ਸਟੂਡੈਂਟਸ ਦੇ ਜਿਹੜੇ ਉਹਨਾਂ ਦੇ ਮਾਪੇ ਨੇ ਜਾਂ ਉਹਨਾਂ ਦੇ ਪਾਲਣਹਾਰ ਨੇ, ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਉੱਪਰ ਕਰਜ਼ੇ ਦੀ ਪੰਡ ਹੈ ਜਿਹੜੀ ਉਹ ਬੰਨ੍ਹ ਕੇ ਕੈਨੇਡਾ ਨਾ ਭੇਜੋ, ਉਹਨਾਂ ਦੇ ਉੱਪਰ ਉਨਾ ਕੀ ਬੋਝ ਪਾਓ ਜਿੰਨਾ ਕੋ ਝੱਲ ਸਕਣ। ਠੀਕ ਹੈ, ਤੁਸੀਂ ਕਰਜ਼ਾ ਚੱਕ ਕੇ ਜਾਂ ਉਹਦੀ ਬੈਟਰ ਜ਼ਿੰਦਗੀ ਲਈ, ਭਵਿੱਖ ਲਈ ਤੁਸੀਂ ਉਹਨੂੰ ਭੇਜਿਆ ਇੱਥੇ, ਪਰ ਤੁਸੀਂ ਹੌਸਲਾ ਰੱਖੋ। ਉਹ ਜਦੋਂ ਜਿਵੇਂ ਉਹਨੂੰ ਇੱਥੇ ਬੱਚੇ ਨੂੰ ਕੰਮ ਮਿਲੇਗਾ, ਉਹ ਜਿਵੇਂ ਕਾਮਯਾਬ ਹੋਏਗਾ, ਤੁਹਾਡਾ ਪਿਛਲਾ ਕਰਜ਼ਾ ਵੀ ਉਹ ਵਾਪਸ ਕਰ ਦੇਗਾ। ਔਰ ਇੰਨੇ ਕੁ ਹੌਸਲੇ ਨਾਲ ਕਰਜ਼ਾ ਚੱਕ ਕੇ ਜੇ ਤੁਸੀਂ ਭੇਜ ਰਹੇ ਹੋ ਤਾਂ ਇੰਨਾ ਕੁ ਹੌਸਲਾ ਰੱਖਿਆ ਕਰੋ ਕਿ ਵੀ ਟਾਈਮ ਵੀ ਲੱਗ ਸਕਦਾ ਕਰਜ਼ਾ ਲਾਉਣ ਨੂੰ। ਇਹ ਨਹੀਂ ਕਿ ਬੱਚਾ ਅੱਜ ਕੈਨੇਡਾ ਗਿਆ ਤੇ ਪਰਸੋਂ ਨੂੰ ਤੁਹਾਡੇ ਘਰੇ ਸਾਰੇ 20-25 ਲੱਖ ਘਰੇ ਭੇਜ ਦੂਗਾ। ਇਹ ਚੀਜ਼ਾਂ ਜਿਹੜੀਆਂ ਉਮੀਦਾਂ ਛੱਡ ਦਿਓ ਤਾਂ ਕਿ ਬੱਚਾ ਜ਼ਿੰਦਗੀ, ਸੁੱਖ ਦੀ ਜ਼ਿੰਦਗੀ ਜਿਉਂ ਸਕੇ, ਉਹਨੂੰ ਵੀ ਜਿਉਣ ਦਾ ਅਧਿਕਾਰ ਦਿਓ। ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਦੇਖਦੇ ਰਹੋ। ਵਿਜ਼ਨ ਪ੍ਰਾਈਮ ਟਾਈਮ ਜਿਹੜਾ ਪ੍ਰੋਗਰਾਮ ਅਸੀਂ ਸੋਮਵਾਰ ਤੋਂ ਵੀਰਵਾਰ ਤੱਕ ਪੇਸ਼ ਕਰਦੇ ਹਾਂ, ਇਸ ਦਾ ਸਮਾਂ ਜ਼ਰੂਰ ਨੋਟ ਕਰੋ, 7 ਤੋਂ 8 ਹੁੰਦਾ, ਔਰ 7 ਤੋਂ 8 ਜ਼ਰੂਰ ਸਾਡਾ ਪ੍ਰੋਗਰਾਮ ਟਾਈਮ ਕੱਢ ਕੇ ਦੇਖਿਆ ਕਰੋ। ਤੁਹਾਡੀਆਂ ਕਾਲਸ ਆਈਆਂ ਉਹਦੇ ਲਈ ਬੜਾ ਸ਼ੁਕਰੀਆ। ਫਿਰ ਤੋਂ ਤੁਸੀਂ ਫੀਡਬੈਕ ਜਾਂ ਕਾਲ ਕਰਿਆ ਕਰੋ। ਧੰਨਵਾਦ। ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਸ਼ਬਾ ਖੈਰ।